ਦਿੱਲੀ ਦੇ ਵਿੱਚ ਕਾਂਗਰਸੀਆਂ ਦੀ ਸਿਖਰਲੀ ਲੀਡਰਸ਼ਿਪ ਬੈਠਦੀ ਹੈ ਔਰ ਉਹਦੇ ਵਿੱਚ ਅਹਿਮ ਫੈਸਲੇ ਲੈਂਦੀ ਆ, ਜਿਹਦੇ ਨਾਲ ਪੰਜਾਬ ਦੇ ਕਾਂਗਰਸੀਆਂ ਦੇ ਚਿਹਰੇ ਚਮਕ ਨਾਲ ਭਰ ਜਾਂਦੇ ਆ, ਖਿੜ ਜਾਂਦੇ ਆ। ਦਿੱਲੀ ਦੇ ਕਾਂਗਰਸੀ ਵੀ ਖੁਸ਼ ਨਜ਼ਰ ਆ ਰਹੇ ਆ। ਉਹ ਫੈਸਲਾ ਕੀ ਆ ਉਹਦੀ ਸਾਂਝ ਤੁਹਾਡੇ ਨਾਲ ਪਾਉਂਦੇ ਆ। ਉਧਰ ਬੀਜੇਪੀ, ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਸ਼ਾਮ ਨੂੰ ਮਿਲੇਗੀ। ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਉਹਨਾਂ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੋਏਗੀ। 5 ਰਾਜ ਜਿਨ੍ਹਾਂ ਦੇ ਵਿੱਚ ਨਵੰਬਰ ਦਸੰਬਰ 'ਚ ਚੋਣ ਆਇਆ, ਉਹਨਾਂ ਨਾਲ ਸੰਬੰਧਿਤ ਅਹਿਮ ਫੈਸਲੇ ਲਏ ਜਾ ਸਕਦੇ ਨੇ। ਔਰ ਇਸ ਤਰ੍ਹਾਂ ਦੀਆਂ ਮੀਟਿੰਗਸ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਵੀ ਫੈਸਲੇ ਹੁੰਦੇ ਨੇ। ਪੰਜਾਬ ਦੇ ਵਿੱਚ ਭਾਜਪਾ ਦੀ ਰਣਨੀਤੀ ਵੀ ਇਹਦੇ 'ਚ ਡਿਸਕਸ ਕੀਤੀ ਜਾਊਗੀ ਔਰ ਹੋਰ ਵੀ ਬਹੁਤ ਸਾਰੇ ਮਾਮਲੇ ਜਦੋਂ ਸੱਤਾਧਾਰੀ ਬੈਠਦੇ ਆ ਤਾਂ ਕੁਝ ਨਾ ਕੁਝ ਉਹ ਵਿਉਂਤਬੰਦੀ ਕਰਦੇ ਨੇ। ਤੀਜਾ ਮਾਮਲਾ, ਇੱਕ ਦਿਨ ਪਹਿਲਾਂ ਆਜ਼ਾਦੀ ਦੇ ਜਸ਼ਨ ਮਨਾ ਕੇ ਹਟਿਆ ਦੇਸ਼, ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਸ ਦੌਰ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ 'ਚ ਇੱਕ ਸਮਾਗਮ ਰੱਖਦੀ ਹੈ। ਪਿਛਲੇ ਸਾਲ ਤੋਂ ਬਾਅਦ ਇਹ ਦੂਜੀ ਵਾਰ ਸੀ ਜਦੋਂ ਉਸ ਮੌਕੇ ਮਾਰੇ ਗਏ ਲੱਖਾਂ ਲੋਕ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਤਰ੍ਹਾਂ ਦੀ ਇਕੱਤਰਤਾ ਹੁੰਦੀ ਆ, ਸਮਾਗਮ ਹੁੰਦਾ। ਕਦੇ ਵਿਆਖਿਆ ਨਹੀਂ ਹੋਈ, ਮੁਲਾਂਕਣ ਨਹੀਂ ਹੋਇਆ ਕਿ ਸਿੱਖਾਂ ਦਾ ਰੋਲ ਉਸ ਮੌਕੇ ਕੀ ਸੀ, ਕਿ ਅਸੀਂ ਵੀ ਗੁਰੂ ਫਲਸਫੇ ਤੋਂ ਪਾਸੇ ਹੋ ਕੇ ਕਤਲਾਂ 'ਚ ਸ਼ਾਮਲ ਹੋਏ। ਉਦੋਂ ਦੀ ਸਾਡੀ ਲੀਡਰਸ਼ਿਪ ਦਾ ਰੋਲ ਕੀ ਸੀਗਾ, ਅਸੀਂ ਖੁੱਲ੍ਹ ਕੇ ਕਦੇ ਸਵੈ ਮੁਲਾਂਕਣ ਕਰਦੇ ਹੀ ਨਹੀਂ ਆ। ਇਤਿਹਾਸ ਵਿੱਚ ਇਸੇ ਕਰਕੇ ਬਹੁਤ ਸਾਰੀਆਂ ਦੁਬਿਧਾਵਾਂ ਨੇ। ਇਤਿਹਾਸ ਅਜੇ ਵੀ ਸਾਫ਼ ਗੋਈ ਨਾਲ ਚੀਜ਼ਾਂ ਸਪਸ਼ਟ ਨਹੀਂ ਕਰਦਾ, ਕਿਉਂਕਿ ਸਾਡੀ ਲੀਡਰਸ਼ਿਪ ਸਮੇਂ-ਸਮੇਂ ਦੇ ਉੱਤੇ ਆਪਣੀ ਪਿਛਲੇ ਸਮੇਂ ਦੇ ਫੈਸਲਿਆਂ ਦੇ ਉੱਤੇ ਨਜ਼ਰਸਾਨੀ ਕਰਦੀ ਨਹੀਂ। ਸੋ ਅਸੀਂ ਅੱਗੇ ਵੀ ਅੱਜ ਵੀ ਉਸ ਤਰ੍ਹਾਂ ਦੇ ਨਤੀਜੇ ਭੁਗਤਦੇ ਰਹਿੰਦੇ ਹਾਂ। ਸੋ ਸਾਰੇ ਮਾਮਲਿਆਂ ਦੇ ਵਿੱਚ ਅੱਗੇ ਵਧਦੇ ਹਾਂ। ਮੈਂ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਕੋਲ ਜਾਣਾ ਚਾਹੂੰਗਾ। ਵੈਸੇ ਸਰਦਾਰ ਜਗਤਾਰ ਸਿੰਘ ਜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਾਂਗਰਸੀ ਵੱਖ-ਵੱਖ ਮੌਕਿਆਂ ਤੇ ਜ਼ਿਕਰ ਕਰਦੇ ਰਹੇ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਰਲ ਕੇ ਨਹੀਂ ਲੜਨਾ। ਹੁਣ ਜਦੋਂ ਦਿੱਲੀ ਦੇ ਮਾਮਲੇ 'ਚ ਇੱਕ ਮੈਰਾਥਨ ਮੀਟਿੰਗ ਤੋਂ ਬਾਅਦ, ਜਿਹਦੇ 'ਚ ਰਾਹੁਲ ਗਾਂਧੀ ਪ੍ਰਮੁੱਖਤਾ ਨਾਲ ਖੜੇ ਸੀਗੇ, ਹਾਜ਼ਰ ਸੀਗੇ, ਉਹਦੇ ਵਿੱਚ 7 ਸੀਟਾਂ ਤੇ ਤਿਆਰੀ ਕਰਨ ਦੀ ਗੱਲ ਬਾਹਰ ਆ ਰਹੀ ਹੈ ਕਿ ਅਸੀਂ ਇਕੱਲੇ ਲੜਾਂਗੇ ਔਰ ਦਿੱਲੀ ਦੀਆਂ 7 ਸੀਟਾਂ ਤੇ ਲੜਾਂਗੇ। ਸੋ ਪੰਜਾਬ ਦੀਆਂ 13 ਤੇ ਇੱਕ ਚੰਡੀਗੜ੍ਹ ਦੀ 14। ਹੁਣ ਪੰਜਾਬ ਦੇ ਕਾਂਗਰਸੀਆਂ ਦੇ ਚਿਹਰੇ ਵੀ ਖੜੇ ਲੱਗਦੇ ਆ। ਟਿਕਟਾਂ ਦੇ ਚਾਹਵਾਨ ਇੱਕ ਵਾਰੀ ਫਿਰ ਦਮਗਜੇ ਮਾਰਨਗੇ। ਪੰਜਾਬ ਦੇ ਵਿੱਚ ਕਾਂਗਰਸੀਆਂ ਲਈ ਔਖਾ ਸੀਗਾ ਸੱਤਾ ਦੇ ਨਾਲ ਤੁਰਨਾ। ਉਹਨਾਂ ਦੀ ਹੋਂਦ ਹਸਤੀ ਲਈ ਮੇਰੇ ਖਿਆਲ ਇਸ ਤੋਂ ਵੱਧ ਕੋਈ ਖਤਰਾ ਨਹੀਂ ਹੋ ਸਕਦਾ। ਸੋ ਇਸ ਸਥਿਤੀ ਨੂੰ ਥੋੜਾ ਜਿਹਾ ਅੱਗੇ ਵਧਾਇਓ, ਫਿਰ ਆਪਾਂ ਸਰਦਾਰ ਹਮੀਰ ਸਿੰਘ ਹੋਰਾਂ ਕੋ ਵਿਸਥਾਰ ਤੇ ਟਿੱਪਣੀ ਲੈਣੇ। ਨੈਸ਼ਨਲ ਲੈਵਲ ਤੇ ਜਿਹੜਾ ਨਵਾਂ ਅਰੇਂਜਮੈਂਟ ਬਣਿਆ ਨਾਨ ਬੀਜੇਪੀ ਪਾਰਟੀਆਂ ਦਾ, ਜਿਹਨੂੰ ਇੰਡੀਆ ਕਿਹਾ ਗਿਆ, ਉਹਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਪਾਰਟੀਆਂ। ਸੋ ਇਹ ਬ੍ਰੌਡਲੀ ਉਹਦੇ 'ਚ ਅੰਡਰਸਟੈਂਡਿੰਗ ਹੈ ਕਿ ਜਿਹੜੀ 2024 ਦੀ ਲੋਕ ਸਭਾ ਇਲੈਕਸ਼ਨ ਹੈ, ਉੱਤੇ ਵੱਧ ਤੋਂ ਵੱਧ ਉਹ ਸੀਟਾਂ ਈਅਰ ਮਾਰਕ ਕੀਤੇ ਜਾਣ ਜਿੱਥੇ 1-to-1 ਫਾਈਟ ਬੀਜੇਪੀ ਨੂੰ ਦਿੱਤੀ ਜਾ ਸਕੇ। ਸੋ ਉਹ ਹੁਣ ਤੱਕ 400 ਸੀਟਾਂ ਇਹਨਾਂ ਨੇ ਆਈਡੈਂਟੀਫਾਈ ਕੀਤੀਆਂ ਕਿ ਜਿੱਥੇ ਇਹ ਅਰੇਂਜਮੈਂਟ ਹੋ ਸਕਦਾ ਹੈ। ਕਾਂਗਰਸ ਦੀ ਤੇ ਬੀਜੇਪੀ ਦੀ ਪ੍ਰੋਬਲਮ ਸਿਰਫ 2 ਸਟੇਟਸ ਦੇ ਵਿੱਚ ਹੈ, ਇੱਕ ਸੈਮੀ ਸਟੇਟ ਦਿੱਲੀ ਤੇ ਦੂਸਰੀ ਫੁੱਲ ਸਟੇਟ ਹੈ ਪੰਜਾਬ। ਇਹ ਪਹਿਲੇ ਦਿਨ ਤੋਂ ਪੰਜਾਬ ਦੇ ਕਾਂਗਰਸੀ ਓਪਨਲੀ ਇਹ ਗੱਲ ਕਰਦੇ ਆ ਰਹੇ ਹੈ ਕਿ ਇਹ ਅਰੇਂਜਮੈਂਟ ਸਾਨੂੰ ਕਬੂਲ ਨਹੀਂ ਤੇ ਨਾ ਹੀ ਸਾਨੂੰ ਸੂਟ ਕਰਦਾ ਹੈ। ਆਲਮੋਸਟ ਕੋਈ ਮਹੀਨਾ ਕੁ ਪਹਿਲਾਂ ਦਿੱਲੀ ਦੇ ਵਿੱਚ ਇਹਨਾਂ ਦੀ ਔਰ ਦਿੱਲੀ ਵਾਲਿਆਂ ਦੀ ਇੱਕੋ ਦਿਨ ਹੀ ਮੀਟਿੰਗ ਅਲੱਗ-ਅਲੱਗ ਕੇਂਦਰੀ ਲੀਡਰਸ਼ਿਪ ਨਾਲ ਕਾਂਗਰਸ ਦੀ ਨਾਲ ਸੀ ਦਿੱਲੀ ਦੇ ਵਿੱਚ। ਪਹਿਲਾਂ ਮੀਟਿੰਗ ਸੀਗੀ ਕਾਂਗਰਸ ਦੀ। ਸੋ ਇਹ ਰਾਹੁਲ ਗਾਂਧੀ ਨੂੰ ਬਿਲਕੁਲ ਕਲੀਅਰ ਕਰ ਆਏ ਸੀਗੇ ਕਿ ਅਸੀਂ ਜੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਅਰੇਂਜਮੈਂਟ ਕਰਾਂਗੇ ਤੇ ਉਹਦੇ 'ਚ ਨੁਕਸਾਨ ਕਾਂਗਰਸ ਦਾ ਹੋਣਾ ਲੌਂਗ ਰਨ, ਤੇ ਇਹ ਸਾਨੂੰ ਕਬੂਲ ਨਹੀਂ। ਲੰਬੀ ਗੱਲਬਾਤ ਹੋਈ ਤੇ ਜਦੋਂ ਇਹ ਬਾਹਰ ਆਏ ਮੀਟਿੰਗ ਤੋਂ ਤੇ ਦਿੱਲੀ ਵਾਲੇ ਅੰਦਰ ਜਾਣ ਨੂੰ ਤਿਆਰ ਸੀ। ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਕਰਕੇ ਆਏ? ਇਹ ਕਹਿੰਦੇ ਵੀ ਅਸੀਂ ਤਾਂ ਕਲੀਅਰ ਕਰ ਆਏ ਕਿ ਅਸੀਂ ਇਹਨਾਂ ਨਾਲ ਕੋਈ ਐਡਜਸਟਮੈਂਟ ਨਹੀਂ ਕਰ ਸਕਦੇ। ਤੇ ਉਹ ਕਹਿੰਦੇ ਹੁਣ ਬਾਕੀ ਕੰਮ ਅਸੀਂ ਚੱਕ ਦਿੰਦੇ ਹਾਂ। ਲਓ ਜੇ ਮੈਨੂੰ ਇਹ ਫੜਾਏ ਗਏ ਸੀਗੇ, ਕਹਿੰਦੇ ਵੀ ਸਾਡੇ ਬਾਅਦ ਇਹ ਦਿੱਲੀ ਵਾਲੇ ਗੱਲ ਕਲੀਅਰ ਕਰ ਆਏ। ਤੇ ਉਦੋਂ ਦੀ ਇਹ ਦੋਵੇਂ ਸਟੇਟਸ ਦੇ ਵਿੱਚ ਗੱਲ ਚੱਲ ਰਹੀ ਸੀਗੀ ਕਾਂਗਰਸ ਦੇ ਵਿੱਚ
ਕਿ ਅਲਟੀਮੇਟਲੀ ਇੱਕ ਫਾਈਨਲ ਡਿਸੀਜਨ ਇਹਦੇ ਬਾਰੇ ਲੈ ਲਿਆ ਜਾਏ। ਹੁਣ ਅੱਜ ਪਬਲਿਕਲੀ ਗੱਲ ਕਲੀਅਰ ਹੋ ਗਈ, ਕਾਂਗਰਸ ਨੇ ਕਰਤੀ। 4 ਘੰਟੇ ਦਿੱਲੀ 'ਚ ਇਹਨਾਂ ਦੀ ਮੀਟਿੰਗ ਤੇ 40 ਕੁ ਲੀਡਰ ਉਹਦੇ ਟੋਟਲ ਦਿੱਲੀ ਵਾਲੇ ਵੀ ਪ੍ਰੈਜ਼ੈਂਟ ਸੀਗੇ, ਖੜਗੇ ਜੀ ਵੀ ਸੀ ਤੇ ਰਾਹੁਲ ਗਾਂਧੀ ਵੀ ਸੀ। ਉੱਥੇ ਫੈਸਲਾ ਹੋ ਗਿਆ ਕਿ ਦਿੱਲੀ ਦੇ ਵਿੱਚ 70 ਸੀਟਾਂ ਤੇ ਕਾਂਗਰਸ ਚੋਣ ਲੜੇਗੀ। ਅੱਜ ਦੀ ਡੇਟ ਦੇ ਵਿੱਚ ਇਹ ਫੈਸਲਾ ਸਟੈਂਡ ਕਰਦਾ ਹੈ ਤੇ ਉਹਨਾਂ ਨੇ ਪਬਲਿਕ ਅਨਾਉਂਸਮੈਂਟ ਕਰਤੀ। ਸੋ ਇਹਦੇ ਨਾਲ ਜਿਹੜਾ ਸਟੈਂਡ ਲਗਾਤਾਰ ਕਾਂਗਰਸ ਵਾਲੇ ਪੰਜਾਬ ਵਿੱਚ ਲੈ ਰਹੇ ਸੀਗੇ ਉਹ ਹੋਰ ਵੀ ਪੱਕਾ ਹੋ ਜਾਂਦਾ ਹੈ। ਆਪਾਂ ਦੇਖੀਏ ਪਿਛਲੇ ਕੁਝ ਦਿਨਾਂ ਤੋਂ ਜੇ ਆਪੋਜੀਸ਼ਨ ਦੇ ਵਿੱਚ ਕੋਈ ਪਾਰਟੀ ਲਗਾਤਾਰ ਐਕਟਿਵ ਹੈ ਸਰਕਾਰ ਦੇ ਖਿਲਾਫ ਲੋਕਾਂ ਦੇ ਵਿੱਚ, ਤੇ ਉਹ ਕਾਂਗਰਸ ਹੈ। ਉਹਨਾਂ ਨੇ ਆਪਣੇ ਰੈਲੀਆਂ, ਧਰਨੇ, ਖਾਸ ਕਰਕੇ ਫਲੱਡਸ ਵਾਲੇ ਇਸ਼ੂ ਤੇ 3-4 ਥਾਂ ਤੇ ਉਹ ਭਰਵੇਂ ਆਪਣੀਆਂ ਕਾਨਫਰੰਸਾਂ ਤੇ ਧਰਨੇ ਕਰ ਚੁੱਕੇ, ਪਠਾਨਕੋਟ, ਪਟਿਆਲਾ, ਮਾਨਸਾ, ਤਰਨਤਾਰਨ। ਸੋ ਉਹਨਾਂ ਦਾ ਪ੍ਰੋਗਰਾਮ ਲਗਾਤਾਰ ਜਾਰੀ ਹੈ। ਉਹ ਆਪ ਦੇ ਖਿਲਾਫ ਕਿਸੇ ਤਰੀਕੇ ਦੇ ਨਾਲ ਪੰਜਾਬ ਵਿੱਚ ਨਾ ਕੋਈ ਢਿੱਲ ਵਰਤ ਰਹੇ, ਨਾ ਕੋਈ ਕੰਪਰੋਮਾਈਜ਼ ਕਰ ਰਿਹਾ। ਦੋਵਾਂ ਦੀ ਜਿਹੜੀ ਆਪਸੀ ਲੜਾਈ ਹੈ ਪੰਜਾਬ 'ਚ ਬਹੁਤ ਸ਼ਾਰਪ ਹੈ। ਸਰਕਾਰ ਵੀ ਆਪ ਦੀ ਪੰਜਾਬ ਵਿੱਚ ਘਟ ਨਹੀਂ ਕਰ ਰਹੀ ਕਾਂਗਰਸੀਆਂ ਨਾਲ। ਸੋ ਇਹ ਇੱਥੇ ਲੜਾਈ ਬਿਲਕੁਲ ਤਿੱਖੀ ਹੈ। ਜੋ ਕੁਝ ਦਿੱਲੀ ਫੈਸਲਾ 'ਚ ਹੋਇਆ ਹੈ ਉਹਦੇ ਨਾਲ ਪੰਜਾਬ ਦੇ ਕਾਂਗਰਸੀ ਹੁਣ ਹੋਰ ਹੌਸਲੇ ਨਾਲ ਉਸ ਸਟੈਂਡ ਤੇ ਅੱਗੇ ਵਧਣਗੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਇਹਨਾਂ ਕੋਲ ਦੂਜਾ ਰਸਤਾ ਕੋਈ ਨਹੀਂ ਸੀ। ਸਰਦਾਰ ਹਰਮੀਤ ਸਿੰਘ ਜੀ, ਆਮ ਤੌਰ ਤੇ ਸਿਆਸਤ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸੱਤਾ ਨਾਲ ਸਾਂਝ ਪਾਉਣ ਲਈ ਹਰ ਕੋਈ ਉਤਾਵਲਾ ਹੁੰਦਾ, ਪਰ ਜਿੱਥੇ ਗੱਲ ਜਿਉਂਦੇ ਰਹਿਣ ਦੀ ਆ ਜੇ ਉੱਥੇ ਸੱਤਾ ਨਾਲੋਂ ਜ਼ਿਆਦਾ ਵਿਰੋਧ ਵਿੱਚ ਖੜੇ ਹੋਣਾ ਵੀ ਮੈਨੂੰ ਲੱਗਦਾ ਪੰਜਾਬੀਆਂ ਦਾ ਸੁਭਾਅ ਹੀ ਆ, ਸੱਤਾ ਦੇ ਖਿਲਾਫ ਹੀ ਖੜੇ ਰਹਿੰਦੇ ਆ। ਸੋ ਕਾਂਗਰਸੀਆਂ ਨੂੰ ਇੱਕ ਕੰਧ ਤੇ ਲਿਖਿਆ ਸ਼ਬਦ ਸਮਝ ਆ ਗਿਆ, ਜਿਵੇਂ ਉਹ ਕਟਾਰੂ ਚੱਕ ਦੇ ਮਾਮਲੇ 'ਚ ਇੱਕ ਦਿਨ ਪਹਿਲਾਂ ਪਠਾਨਕੋਟ ਦੇ ਵਿੱਚ ਸੀ, ਉਸ ਤੋਂ ਪਹਿਲਾਂ ਹੜ੍ਹਾਂ ਦੇ ਮੁਆਵਜ਼ੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰ ਦੇ ਖਿਲਾਫ ਮੋਰਚਾ ਕੱਢ ਕੇ ਖੜੇ ਸੀਗੇ। ਹੁਣ ਜਦੋਂ ਸਥਿਤੀ ਸਾਫ਼ ਹੋ ਰਹੀ ਹੈ, ਕਿਉਂਕਿ ਦਿੱਲੀ ਦੇ ਵਿੱਚ ਇਹ ਐਕਸਪੈਰੀਮੈਂਟ ਕਿ ਕਾਂਗਰਸ ਨੇ ਬਿਨਾਂ ਮੰਗਿਆ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਮੇਰੇ ਖਿਆਲ 14 ਤੋਂ ਵੀ ਪਹਿਲਾਂ ਜਿਹੜਾ ਸਮਰਥਨ ਦਿੱਤਾ ਸੀਗਾ, ਉਸ ਤੋਂ ਬਾਅਦ ਕਾਂਗਰਸ ਪੈਰਾਂ ਭਾਰ ਹੋ ਹੀ ਨਹੀਂ ਸਕੀ। ਉੱਥੇ ਉਹਨਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਰਹੀਆਂ ਲਗਭਗ ਵਿਧਾਨ ਸਭਾ ਦੇ ਵਿੱਚ, ਔਰ ਪਾਰਲੀਮਾਨੀ ਸੀਟਾਂ ਦੇ ਵਿੱਚ ਵੀ ਉਹਨਾਂ ਦੀ ਹਾਲਤ ਬੁਰੀ ਰਹੀ ਆ। ਹੁਣ ਉਹ ਪੰਜਾਬ ਦੇ ਵਿੱਚ ਆਪਣੀ ਸਥਿਤੀ ਕੱਖੋਂ ਹੌਲੀ ਕਰਨਾ ਨਹੀਂ ਸੀ ਚਾਹੁੰਦੇ। ਅੱਜ ਦੇ ਇਸ ਫੈਸਲੇ ਨਾਲ ਕਾਂਗਰਸੀਆਂ 'ਚ ਥੋੜੇ ਜਿਹੇ ਸਾਹ ਪਰਤੇ ਹੋਣਗੇ, ਲੜਨ ਦਾ ਮਾਦਾ ਅੱਗੇ ਨਾਲੋਂ ਹੋਰ ਚਮਕਿਆ ਹੋਊਗਾ। ਸੋ ਤੁਸੀਂ ਇਹਨੂੰ ਕਿਵੇਂ ਸਮਝਿਆ? ਇਨ ਟੋਟੈਲਿਟੀ ਪੰਜਾਬ ਦਾ ਦ੍ਰਿਸ਼ ਕਿਹੋ ਜਿਹਾ ਹੋਣ ਵਾਲਾ 2024 ਦੇ ਸੰਬੰਧ ਦੇ ਵਿੱਚ, ਸੰਦਰਭ ਦੇ ਵਿੱਚ ਚੋਣ ਦ੍ਰਿਸ਼ ਕਿਹੋ ਜਿਹਾ ਹੋਣ ਵਾਲਾ? ਦੋ ਧਿਰੀ ਤਾਂ ਹੋਣ ਨਹੀਂ ਵਾਲਾ, 3 ਧਿਰੀ ਹੋਊਗਾ ਕਿ 4 ਧਿਰੀ ਹੋਊਗਾ, ਕਿਉਂਕਿ ਉਧਰ ਅਕਾਲੀ ਦਲ ਔਰ ਬੀਜੇਪੀ ਵੀ ਕਦੇ ਇੱਕ ਪੈਰ ਅੱਗੇ 2 ਪੈਰ ਪਿੱਛੇ ਇਦਾਂ ਦੀ ਸਥਿਤੀ 'ਚ ਚੱਲ ਰਹੇ ਆ। ਚੋਣ ਦ੍ਰਿਸ਼ ਕਿਹੋ ਜਿਹਾ ਦੇਖ ਰਹੇ ਹੋ? ਅਸਲ ਦੇ ਵਿੱਚ ਸਭ ਤੋਂ ਅਜੇ ਮੈਨੂੰ ਇਹ ਲੱਗਦਾ ਕਿ ਡਿਸਾਈਸਿਵ ਨਹੀਂ ਹੈ ਫੈਸਲੇ ਸਾਰੇ, ਅਜੇ ਬਹੁਤ ਪ੍ਰੀਮੈਚੁਰ ਚੀਜ਼ਾਂ ਨੇ ਮੇਰੇ ਖਿਆਲ ਹੈ ਫਾਈਨਲ ਫੈਸਲੇ ਤੇ। ਜਿਵੇਂ ਜਿਵੇਂ ਪ੍ਰੈਸ਼ਰ ਓਵਰਆਲ ਦੇਸ਼ ਦੀ ਚੋਣ ਸਿਆਸਤ ਦਾ ਵਧੂਗਾ ਉਹਦੇ ਮੁਤਾਬਕ ਫੈਸਲੇ ਹੋਣਗੇ। ਬਹੁਤੀਆਂ ਸਟੇਟਾਂ ਤੇ ਕੰਟਰਾਡਿਕਸ਼ਨ ਹੀ ਨਹੀਂ ਹੈ। ਜਾਂ ਵੈਸਟ ਬੰਗਾਲ 'ਚ ਕੰਟਰਾਡਿਕਸ਼ਨ ਹੈ, ਕਾਮਰੇਡਾਂ ਕਾਂਗਰਸ ਪਲੱਸ ਮਮਤਾ ਬੈਨਰਜੀ ਦੀ ਜ਼ਿਆਦਾ ਸੀਰੀਅਸ, ਜਿੱਥੇ ਕਮਿਊਨਿਸਟਾਂ ਦਾ ਉਸ ਲੈਵਲ ਦੀ ਗੱਲ ਆਉਂਦੀ ਹੈ। ਈਵਨ ਕੇਰਲਾ ਦੇ ਵਿੱਚ ਤਾਂ ਹੈਗਾ ਹੀ ਇਹ ਹੈ ਕਿ ਕਾਂਗਰਸ ਵਰਸਸ ਕਾਮਰੇਡ ਲੜਦੇ ਨੇ, ਤੇ ਕੇਰਲਾ ਦੇ ਵਿੱਚ ਡਿਸਾਈਡ ਉੱਥੇ ਬੀਜੇਪੀ, ਪਰ ਉੱਥੇ ਕੋਈ ਬੀਜੇਪੀ ਨਹੀਂ ਹੈ ਕੇਰਲਾ ਦੇ ਵਿੱਚ ਉਸ ਪੱਧਰ ਦੇ ਉੱਤੇ, ਇਸ ਲਈ ਉੱਥੇ ਨਹੀਂ ਹੈ ਉਸ ਲੈਵਲ ਦੀ ਗੱਲ। ਬਾਕੀ ਮਾਮਲਿਆਂ ਦੇ ਵਿੱਚ ਤਾਂ ਬੀਜੇਪੀ ਵਰਸਸ ਕਾਂਗਰਸ ਹੁੰਦੀ ਹੋਵੇ, ਚਾਹੇ ਉਹ ਹਿਮਾਚਲ ਲੈ ਲਓ, ਉੱਤਰਾਖੰਡ ਲੈ ਲਓ, ਰਾਜਸਥਾਨ ਲੈ ਲਓ, ਮੱਧ ਪ੍ਰਦੇਸ਼ ਲੈ ਲਓ, ਛੱਤੀਸਗੜ੍ਹ ਲੈ ਲਓ, ਜਿੱਥੇ ਉੱਥੇ ਕਿਤੇ ਦਿੱਕਤ ਹੀ ਹੈ ਨਹੀਂ ਹੈ। ਮਤਲਬ ਉਹ ਆਟੋਮੈਟਿਕਲੀ ਚੀਜ਼ਾਂ ਦੀ ਐਡਜਸਟਮੈਂਟਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡਾ ਫਰਕ ਨਹੀਂ। ਈਵਨ ਯੂਪੀ ਦੇ ਵਿੱਚ ਇੱਕ ਲੈਵਲ ਦਾ ਫਰਕ ਹੋਏਗਾ ਅਖਿਲੇਸ਼ ਯਾਦਵ ਜਦੋਂ ਹੋਏਗਾ ਤੇ ਉਸ ਪੱਧਰ ਦੇ ਉੱਤੇ, ਉੱਥੇ ਕਈ ਵਾਰ ਪਹਿਲਾਂ ਵੀ ਅਲਾਇੰਸ ਇਹਨਾਂ ਨੇ ਥੋੜਾ ਬਹੁਤ ਕੀਤਾ ਇਸ ਦੇ ਮਾਮਲੇ ਦੇ ਵਿੱਚ। ਔਰ ਦਿੱਲੀ ਦੇ ਵਿੱਚ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਵੀ ਕੋਈ ਬਹੁਤ ਬੜਾ ਇਤਰਾਜ਼ ਨਹੀਂ ਹੋਏਗਾ ਜੇ ਕਾਂਗਰਸੀ ਆਪਣੇ ਆਪ ਲੜਦੇ ਨੇ। ਉਹਦਾ ਰੀਜਨ ਇਹ ਹੈ ਕਿ ਉੱਥੇ ਆਮ ਤੌਰ ਤੇ ਬਾਈਪੋਲਰ ਹੋ ਚੁੱਕੀ ਹੈ। 2013 ਦੀ ਵਿਧਾਨ ਸਭਾ ਚੋਣਾਂ ਤੋਂ ਲੈ ਕੇ 3 ਚੋਣਾਂ ਉਹ ਤੇ 2 ਚੋਣਾਂ ਪਾਰਲੀਮੈਂਟ ਦੀਆਂ ਜਿਹੜੀਆਂ ਲੱਗੀਆਂ ਨੇ, ਕਾਂਗਰਸ ਪਾਰਟੀ ਦਾ ਐਜ ਏ ਸਟਰਕਚਰ, ਐਜ ਏ ਐਕਸ਼ਨ ਪ੍ਰੋਗਰਾਮ, ਬਾਕੀ ਚੀਜ਼ਾਂ ਤੇ ਤੁਸੀਂ ਜਦੋਂ 8% ਤੋਂ ਵੀ ਨੇੜੇ ਚਲੇ ਜਾਂਦੇ ਹੋ, ਉਦੋਂ ਵੀ ਹੇਠਾਂ ਦੀ ਗੱਲ ਕਰਦੇ ਹੋ ਤਾਂ ਬਹੁਤੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਤੇ ਤੁਹਾਡੀ ਟਿਕਟ ਲੈਣ ਲਈ ਛੇਤੀ ਤਿਆਰ ਨਹੀਂ ਹੁੰਦੇ ਬੰਦੇ। ਨਾਰਮਲੀ ਇਸ ਲੈਵਲ ਦੀ ਸਿਚੁਏਸ਼ਨ ਚਲੀ ਜਾਂਦੀ ਹੈ। 13 'ਚ 8 ਜਿੱਤੇ ਸੀਗੇ, 8 ਤਾਂ ਇੱਕ ਲੈਵਲ ਤੇ ਜਿੱਤ ਗਏ ਕਿ ਵਿਰੋਧੀ ਤੁਹਾਡੇ ਸ਼ੀਲਾ ਦੀਕਸ਼ਤ ਵਰਗੀ, ਜਿਹਨੂੰ ਬਹੁਤ ਕਾਮਯਾਬ ਚੀਫ ਮਿਨਿਸਟਰ ਗਿਣਿਆ ਗਿਆ ਸੀ ਕਿ ਇੰਨਾ ਲੰਮਾ ਸਮਾਂ 3 ਵਾਰ ਦੀ, ਜਦੋਂ ਉਹ ਵੀ ਹਾਰਦੀ ਆ ਉਸ ਵੇਵ 'ਚ,
ਉਦੋਂ ਬਾਅਦ ਇਹ ਲੱਗਦਾ ਸੀ ਇਹ ਵੇਵ ਹੈ, ਇਦੋਂ ਬਾਅਦ ਤਾਂ ਕਾਂਗਰਸ ਦੁਬਾਰਾ ਖੜੀ ਹੋ ਜਾਏਗੀ ਸ਼ਾਇਦ। ਤੇ ਜਦ ਜਿਹੜੀ ਅਗਲੀ ਇਲੈਕਸ਼ਨ ਆਉਂਦੀ ਹੈ ਉੱਥੇ ਜ਼ੀਰੋ, ਫਿਰ ਉਦੋਂ ਅਗਲੀ ਇਲੈਕਸ਼ਨ ਆਉਂਦੀ ਹੈ ਉੱਥੇ ਜ਼ੀਰੋ, ਤੇ ਸਾਰੀਆਂ ਪਾਰਲੀਮੈਂਟਾਂ 'ਚ ਕੱਲਾ ਨਾ ਕੇਵਲ ਜ਼ੀਰੋ ਬਲਕਿ ਬੀਜੇਪੀ ਨੇ ਆਪਣਾ ਵੋਟ ਬੈਂਕ ਮੇਨਟੇਨ ਰੱਖਿਆ, ਆਮ ਆਦਮੀ ਪਾਰਟੀ ਨੇ ਮੇਨਟੇਨ, ਕਾਂਗਰਸ ਦਾ ਸਾਰਾ ਵੋਟ ਬੈਂਕ ਖਾ ਗਈ ਆਮ ਆਦਮੀ ਪਾਰਟੀ ਟੋਟਲੀ। ਬੇਸਿਕਲੀ ਦਿੱਲੀ ਦਾ ਜਿਹੜਾ ਸੀ ਐਕਚੁਅਲੀ ਕਾਂਗਰਸ ਨੂੰ ਹੀ ਰਿਪਲੇਸ ਕੀਤਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ, ਹੋਰ ਕੋਈ ਸੈਟਅਪ ਹੀ ਨਹੀਂ ਸੀ। ਪੰਜਾਬ 'ਚ ਸਿਚੁਏਸ਼ਨ ਹੋਰ ਹੈ। ਪੰਜਾਬ 'ਚ ਇਸ ਸਮੇਂ ਅਕਾਲੀ ਦਲ ਥਰਡ ਪੋਜੀਸ਼ਨ ਦੇ ਵਿੱਚ ਸੀਗਾ ਉਸ ਲਈ, ਕਾਂਗਰਸ ਕਿਉਂਕਿ ਪਿਛਲੀ ਰੂਲਰ ਪਾਰਟੀ ਸੀ ਤੇ ਐਤਕੀ ਮੇਨ ਆਪੋਜੀਸ਼ਨ ਪਾਰਟੀ ਹੈ ਉਹਦੇ ਮੁਕਾਬਲੇ। ਇਸ ਕਰਕੇ ਥੋੜਾ ਜਿਹਾ ਇੱਥੇ ਵਾਲੇ ਬੰਦਿਆਂ ਨੂੰ ਇਹ ਲੱਗਦਾ ਕਿ ਸਾਡੀ ਪੋਜੀਸ਼ਨ ਹੈ ਤੇ ਅਸੀਂ ਜ਼ਰੂਰ ਸਾਰੇ ਕਿਤੇ ਲੜ ਸਕਦੇ ਹਾਂ ਔਰ ਲੜਨਾ ਚਾਹੀਦਾ। ਪੰਜਾਬ ਦੀ ਕਾਂਗਰਸ ਦੀ ਇਹ ਸਿਚੁਏਸ਼ਨ ਨਹੀਂ ਰਹੀ ਕਿ ਕਿਸੇ ਚੋਣ ਚੋਂ ਇੰਨੀ ਜ਼ਿਆਦਾ ਥੱਲੇ ਚਲੀ ਗਈ ਹੋਵੇ ਕਿ ਮੁੜ ਕੇ ਉਹਦੀ ਦਾਅਵੇਦਾਰੀ ਖਤਮ ਹੋ ਗਈ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇਹ ਨਹੀਂ ਹੋਇਆ। ਇਸ ਕਰਕੇ ਕਾਂਗਰਸੀਆਂ ਦਾ ਇੱਕ ਅਸਰਟ ਕਰਨਾ ਜ਼ਿਆਦਾ ਵਾਜਬ ਲੱਗਦਾ ਹੈ ਦਿੱਲੀ ਵਾਲਿਆਂ ਨਾਲੋਂ ਵੀ, ਦਿੱਲੀ ਵਾਲਿਆਂ ਨਾਲੋਂ ਕਿ ਸਾਡਾ ਇਸ ਲੈਵਲ ਦੀ ਗੱਲ ਹੋਵੇ। ਹੁਣ ਮੰਨ ਲਓ ਕਿ ਜੇਕਰ ਦਿੱਲੀ ਪੰਜਾਬ ਦੇ ਵਿੱਚ ਨਹੀਂ ਹੁੰਦੀ, ਅਲਾਇੰਸ ਨਹੀਂ ਹੁੰਦਾ ਜੀ, ਤਾਂ ਜਿਹੋ ਜਿਹਾ ਸੁਭਾਅ ਆਮ ਆਦਮੀ ਪਾਰਟੀ ਦਾ, ਜਿਹੋ ਜਿਹੀ ਪਾਰਟੀ ਦਾ ਸੁਭਾਅ, ਜਿਵੇਂ ਸੁਭਾਅ ਦਾ ਮਤਲਬ ਜਿਹੋ ਜਿਹਾ ਪੋਲੀਟੀਕਲ ਮਿਜਾਜ ਹੁੰਦਾ ਹੈ, ਜਿਵੇਂ ਆਪਾਂ ਦੇਖਦੇ ਆ ਕਿ ਪਹਿਲਾਂ ਜੇ ਉਹ ਕਹਿੰਦੇ ਸੀ ਸਾਨੂੰ ਆਰਡੀਨੈਂਸ ਤੇ ਤੁਸੀਂ ਸਾਡੀ ਸਹਿਮਤੀ ਨਹੀਂ ਕਰਦੇ ਤਾਂ ਅਸੀਂ ਤਾਂ ਚੱਲੇ ਆ ਜੀ, ਸਾਡਾ ਕੋਈ ਗੱਲ ਨਹੀਂ, ਤੁਸੀਂ ਪ੍ਰੈਸ ਕਾਨਫਰੰਸ 'ਚ ਵੀ ਨਹੀਂ ਬੈਠਦੇ। ਜਿਵੇਂ ਥੋੜਾ ਜਿਹਾ ਲੜਾਕੇ ਜਿਹਾ ਵਾਲਾ ਬੰਦਾ ਹੁੰਦਾ ਨਾ, ਇੱਕ ਅੱਧਾ ਫਿਰ ਮੈਂ ਤਾਂ ਚੱਲਿਆ ਜੀ, ਮੇਰਾ ਤਾਂ ਕੋਈ ਲਾਗਾ ਦੇਗਾ ਨਹੀਂ ਤੁਹਾਡੇ ਨਾਲ। ਔਰ ਇਹਦੇ ਲਈ ਜਿੰਨਾ ਡਟ ਕੇ ਮੇਰੇ ਖਿਆਲ ਹੈ ਸਪੋਰਟ ਪਾਰਲੀਮੈਂਟ ਦੇ ਅੰਦਰ ਕਾਂਗਰਸ ਨੇ ਕੀਤੀ ਹੈ, ਉਹਨਾਂ ਸ਼ਾਇਦ ਆਮ ਆਦਮੀ ਪਾਰਟੀ ਵਾਲਿਆਂ ਤੋਂ ਵੀ ਨਹੀਂ ਹੋਈ, ਆਪਦੇ ਤੋਂ ਆਪਣੇ ਢੰਗ ਨਾਲ ਜਿਹੜੀ ਗੱਲ, ਜਿਹੜਾ ਆਰਡੀਨੈਂਸ ਦਾ ਮੁੱਦਾ ਸੀਗਾ, ਬਿੱਲ ਦਾ ਮੁੱਦਾ ਸੀ ਉਸ। ਔਰ ਇਸੇ ਕਰਕੇ ਸ਼ਾਇਦ ਕੇਜਰੀਵਾਲ ਨੇ ਚਿੱਠੀਆਂ ਲਿਖੀਆਂ ਨੇ, ਅਲੱਗ-ਅਲੱਗ ਚਿੱਠੀਆਂ ਲਿਖੀਆਂ ਨੇ, ਮਤਲਬ ਰਾਹੁਲ ਗਾਂਧੀ ਦੀ ਵੀ ਤਾਰੀਫ, ਖੜਗੇ ਉਹਨਾਂ ਨੂੰ ਵੀ ਚਿੱਠੀ ਲਿਖੀ, ਵੱਖ-ਵੱਖ ਲੀਡਰਾਂ ਨੂੰ ਵੀ ਕਿ ਤੁਸੀਂ ਬਹੁਤ ਚੰਗਾ ਕੀਤਾ, ਅਸੀਂ ਤੁਹਾਡਾ ਇਹਦਾ ਕਦੇ ਯਾਦ ਰੱਖਾਂਗੇ। ਮਤਲਬ ਉਸ ਮਾਮਲੇ 'ਚ ਕੀ ਉਸ ਅਹਿਸਾਨ ਦੇ ਯਾਦ ਰੱਖਣ ਦੇ ਬਦਲੇ ਕੋਈ ਇਧਰ ਉਧਰ ਹੋ ਸਕਦਾ ਘੱਟ ਵੱਧ, ਜਾਂ ਇਹ ਕਹਿ ਦੇਣ ਵੀ ਚੱਲ ਤੁਸੀਂ ਸਾਡੇ ਨਾਲ ਉੱਥੇ ਰੱਖਿਆ ਕਰੋ, ਇੱਥੇ ਤੁਸੀਂ ਲੜ ਲਓ, ਕੋਈ ਫਰਕ ਨਹੀਂ ਪੈਣਾ, ਇੱਥੇ ਤੱਕ ਵੀ ਜਾ ਸਕਦੇ ਨੇ, ਜਾਂ ਨਹੀਂ ਫਿਰ ਵੀ ਉਹ ਰੌਲਾ ਪਾਉਣਗੇ ਕਿ ਜੇ ਤਾਂ ਕਰਨੀ ਐਡਜਸਟਮੈਂਟ ਕਰੋ, ਸਾਡੀਆਂ ਇੰਨੀਆਂ ਨੇ, ਫਿਰ ਉਹਦੇ ਨਾਲ ਇੱਕ ਆਂਚ ਆਏਗੀ। ਇਹ ਠੀਕ ਹੈ ਕਿ ਬਹੁਤ ਬੜੀ ਗੱਲ ਨਹੀਂ, ਇੱਕ ਇੰਡੀਆ ਅਲਾਇੰਸ ਦੇ ਵਿੱਚ ਜੇਕਰ ਉਹ ਸੈਟਲਮੈਂਟ ਨਹੀਂ ਹੁੰਦੀ ਤਾਂ ਉੱਥੇ ਇੱਕ ਨੈਰੇਟਿਵ ਹੁੰਦਾ, ਉਹ ਨੈਰੇਟਿਵ ਉਧਰ ਨੂੰ ਤੁਰ ਜਾਂਦਾ, ਫਿਰ ਵੀ ਦੇਖੋ ਟੁੱਟਣਾ ਸ਼ੁਰੂ ਹੋ ਗਿਆ ਤਾਂ ਇੱਥੋਂ ਹੀ ਆ ਪਹਿਲਾਂ ਵਿਕਟ ਡੇਗੀ, ਫਿਰ ਅਗਲੀ ਡੇਗੀ, ਫਿਰ ਅਗਲੀ ਡੇਗੀ। ਇਸ ਲਈ ਰਾਹੁਲ ਗਾਂਧੀ ਤੇ ਬਾਕੀ, ਜਿਵੇਂ ਰਾਹੁਲ ਗਾਂਧੀ ਲੱਗਿਆ ਕਿ ਅਸੀਂ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਵੀ ਪੱਕੇ ਨਹੀਂ, ਅਸੀਂ ਛੱਡ ਸਕਦੇ ਹਾਂ ਆਪਣੀਆਂ ਹੋਰ ਸੀਟਾਂ ਵੀ, ਬਾਕੀ ਗੱਲ ਜਿਹੜਾ ਉਹਦਾ ਮਿਜਾਜ ਨਜ਼ਰ ਆਉਂਦਾ ਰਾਹੁਲ ਗਾਂਧੀ ਦਾ, ਉਹ ਅਜੇ ਮੈਨੂੰ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਗੱਲ ਹੋਏਗੀ ਕਿ 100% ਪੰਜਾਬ ਦੀਆਂ ਸੀਟਾਂ ਤੇ ਕਾਂਗਰਸ ਲੜੂਗੀ, ਜਿਹੜਾ ਉਸ ਹਿਸਾਬ ਨਾਲ ਇਹ ਲੱਗ ਰਿਹਾ। ਪਰ ਜੇਕਰ ਇਸ ਲਈ ਜੇਕਰ ਹੁਣ ਜਿਹੜੀਆਂ ਅਗਲੀਆਂ ਇਲੈਕਸ਼ਨ ਆਉਣਗੀਆਂ, ਬਿਨਾਂ ਸ਼ੱਕ ਚਾਰ ਧੜੇ ਤਾਂ ਦਿਖਾਈ ਦਿੰਦੇ ਨੇ ਪੰਜਾਬ ਦੇ ਵਿੱਚ ਹਜੇ, ਜਿਹੜੀਆਂ ਜਿਵੇਂ ਜਲੰਧਰ 'ਚ ਵੀ ਚਾਰ ਧੜੇ ਸੀ, ਸੰਗਰੂਰ 'ਚ ਵੀ ਸੀ, ਬਾਕੀ ਜਗ੍ਹਾ ਵੀ ਚਾਰ ਧੜੇ ਦਾ ਮਤਲਬ ਇਹ ਹੈ ਕਿ ਬੀਜੇਪੀ, ਅਕਾਲੀ, ਆਮ ਆਦਮੀ ਪਾਰਟੀ ਔਰ ਕਾਂਗਰਸ। ਬੀਜੇਪੀ ਦੇ ਨਾਲ ਜੇਕਰ ਕੋਈ ਅਕਾਲੀ ਦਲ, ਮੇਨ ਅਕਾਲੀ ਦਲ ਨਾਲ ਨਹੀਂ ਉਹਦਾ ਐਗਰੀਮੈਂਟ ਹੁੰਦਾ ਤਾਂ ਸਪਲਿੰਟਰ ਤਾਂ ਹੋਣਗੇ ਥੋੜੇ ਥੋੜੇ ਜਿੰਨੇ ਕਿ ਵੀ ਹੈਗੇ ਨੇ। ਔਰ ਹੋ ਸਕਦਾ ਪਰਮਿੰਦਰ ਢੀਂਡਸਾ ਨੂੰ ਬੀਜੇਪੀ ਉੱਥੇ ਟਿਕਟ ਦੇ ਕਹਿੰਦੇ ਚੱਲ ਤੁਹਾਡੇ ਨਾਲ ਸਮਝੌਤੇ 'ਚ ਤੈਨੂੰ ਹੀ ਦੇਤੀ, ਤੂੰ ਆਪਦਾ ਲੜ ਲੈ ਜਿਵੇਂ ਲੜਨਾ, ਇਹਦੀ ਬਜਾਏ ਕਿ ਸਾਡੇ ਸਿੰਬਲ ਤੇ ਲੜੋ, ਜੇ ਅਲਾਇੰਸ ਦਿਖਾਉਣਾ ਹੋਵੇ। ਜਿਵੇਂ ਬੀਜੇਪੀ ਵੀ ਇਹਦੇ ਤੋਂ ਬਾਅਦ ਜਦੋਂ ਦਾ ਇੰਡੀਆ ਬਣਿਆ 38 ਪਾਰਟੀਆਂ ਨੂੰ ਬਣਾਉਣਾ, ਉਹਦੇ ਚੋਂ 20-22 ਇਹੋ ਜਿਹੀਆਂ ਨੇ ਜਿਹਦਾ ਕੋਈ ਵੀ ਐਮਪੀ ਹੁੰਦਾ ਹੀ ਨਹੀਂ ਹੈ, ਬਾਵਜੂਦ ਇਹਦੇ ਇੱਕ ਦਿਖਾਉਣਾ ਹੁੰਦਾ ਹੈ ਕਿ ਇੱਕ ਅਲਾਇੰਸ ਦੇ ਤੌਰ ਤੇ। ਫਿਰ ਢੀਂਡਸਾ ਨੂੰ ਉਸ ਮੀਟਿੰਗ ਦੇ ਵਿੱਚ ਸੱਦਾ ਦੇਣਾ, ਔਰ ਢੀਂਡਸਾ ਉਹਨੇ ਵੀ ਦੁਬਾਰਾ ਸਰਗਰਮ ਹੋ ਗਏ, ਸ਼ਾਇਦ ਅੱਜ ਮੋਗੇ ਦੇ ਵਿੱਚ ਇੱਕ ਕਾਨਫਰੰਸ ਕੀਤੀ ਹੈ, ਇੱਕ ਵੱਡੀ ਮੀਟਿੰਗ ਕੀਤੀ ਹੈ ਸਾਰਿਆਂ ਨੂੰ ਬੁਲਾ ਕੇ। ਉਹਨਾਂ ਨੇ ਕਿਹਾ ਕਿ ਬਾਦਲ ਤੋਂ ਖਹਿੜਾ ਛਡਾਉਣ ਦੇ ਲਈ ਅਕਾਲੀ ਦਲ ਰਿਵਾਈਵ ਕਰੋ ਮੁੜ ਕੇ। ਪਤਾ ਨਹੀਂ ਹੁਣ ਕਿੰਨਾ ਹੋਏਗਾ, ਇਹਨਾਂ ਮੀਟਿੰਗਾਂ ਨਾਲ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਕਿਤੇ ਨਾ ਕਿਤੇ ਅਕਾਲੀ ਦਲ ਵੀ ਚਾਹੁੰਦਾ ਜੇ ਅਕਾਲੀ ਦਲ ਤੇ ਬੀਜੇਪੀ ਦਾ ਕਿਤੇ ਅਲਾਇੰਸ ਹੋ ਜਾਂਦਾ ਕਿਸੇ ਸਟੇਜ ਤੇ ਜਾ ਕੇ ਤਾਂ 3 ਧਿਰੀ ਬਣ ਜਾਊਗਾ ਮੁਕਾਬਲਾ, ਨਹੀਂ ਫਿਰ 2 ਧਿਰੀ ਤਾਂ ਉਸ ਲੈਵਲ ਤੇ ਰਹੂਗਾ ਹੀ। ਔਰ ਅਜੇ ਦੀ ਸਿਚੁਏਸ਼ਨ ਪੰਜਾਬ ਦੀ ਇਹ ਲੱਗਦੀ ਹੈ ਕਿ तमाम ਕਮਜ਼ੋਰੀਆਂ ਦੇ ਬਾਵਜੂਦ, तमाम ਇਹਦੇ ਬਾਵਜੂਦ ਅਜੇ ਨੈਰੇਟਿਵ ਸਰਕਾਰੀ ਧਿਰ ਦੇ ਹੱਥ ਦੇ ਵਿੱਚ। ਅਜੇ ਕੋਈ ਆਪੋਜੀਸ਼ਨ ਪਾਰਟੀ ਇਹੋ ਜਿਹੀ ਨਹੀਂ ਹੈ ਜਿਹੜੀ ਚੈਲੰਜ ਕਰਕੇ ਉਹਨੂੰ ਗਰਾਊਂਡ ਦੇ ਉੱਤੇ ਜਾ ਰਹੀ ਹੋਵੇ, ਕਿ ਜਿੱਥੇ ਉਹਨਾਂ ਨੂੰ ਜਾਣਾ ਔਖਾ ਹੋ ਗਿਆ ਹੋਵੇ, ਜਿੱਥੇ ਐ ਲੱਗਦਾ ਹੋਵੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਗਏ। ਹਜੇ ਤਾਂ ਜਿਵੇਂ
ਖੁੱਲੀ ਖੇਡ ਖੇਡ ਰਿਹਾ ਹੈ ਅਸਮੇਤ ਜੱਗ ਦਾ, ਜਿਵੇਂ ਘੋੜਾ ਛੱਡਿਆ ਹੁੰਦਾ ਭਗਵੰਤ ਮਾਨ ਨੇ, ਉਹ ਟਿੱਚਰਬਾਜੀ ਮਖੌਲਬਾਜੀ ਉਹ ਸਾਰੀ ਸਿਆਸਤ ਅਜੇ ਚੱਲ ਰਹੀ ਹੈ ਤੇ ਇਹਨਾਂ ਤੋਂ ਉਸ ਪੱਧਰ ਦਾ ਜਵਾਬ ਦੇ ਨਹੀਂ ਹੋ ਰਿਹਾ ਸੜਕ ਦੇ ਉੱਤੇ ਜਾਂ ਲੋਕਾਂ ਦੇ ਵਿੱਚ ਜਾ ਕੇ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਜਾ ਕੇ। ਹਾਲਾਂਕਿ ਜਿੰਨਾ ਕੁ ਵਿਰੋਧ ਨਜ਼ਰ ਆਉਂਦਾ ਜਾਂ ਜਨਤਕ ਜਥੇਬੰਦੀਆਂ ਨੇ ਜਾਂ ਕੋਈ ਆਮ ਸਧਾਰਨ ਲੋਕ ਨੇ ਜਾਂ ਸੋਸ਼ਲ ਮੀਡੀਆ ਤੇ ਹੈ, ਅਜੇ ਆਰਗੇਨਾਈਜ਼ਡ ਪੋਲੀਟੀਕਲ ਵਿਰੋਧ ਤਾਂ ਕਿਤੇ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਫਿਲਹਾਲ। ਆ 4 ਮਹੀਨਿਆਂ ਚ ਕੀ ਕਰਨਗੇ ਦੇਖਦੇ ਆ, ਜਿਹੜਾ ਇਹ ਸਾਰਾ ਮਾਹੌਲ ਦੇ ਵਿੱਚ ਕਿਹੜੀ ਪਾਰਟੀ ਕਿੰਨਾ ਕੁ ਆਪਣੇ ਆਪ ਨੂੰ ਉਹ ਦਿੰਦੀ ਹੈ। ਔਰ ਬੂਥ ਲੈਵਲ ਤੇ ਅਕਾਲੀਆਂ ਨੇ ਇੱਕ ਪ੍ਰੋਗਰਾਮ ਲਿਖਿਆ ਹੋਇਆ ਆਪਣਾ, ਪਿੱਛੇ ਜੇ ਇੱਕ ਹਲਕੇ ਚ ਰੋਪੜ ਚ ਮੀਟਿੰਗ ਕੀਤੀ ਡਾਕਟਰ ਦਲਜੀਤ ਚੀਮਾ ਨੇ ਵੀ, ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਨਾ ਸਾਥ ਜਾਂ ਉਸ ਲੈਵਲ ਤੇ ਨਹੀਂ, ਜਾਂ ਜਾਣ ਲਈ ਤਿਆਰ ਨਹੀਂ ਕੇਡਰ ਹੁੰਦਾ ਉਸ ਪੱਧਰ ਤੇ। ਹਾਂ, ਯੂਥ ਵਿੰਗ ਵਾਲੇ ਜ਼ਰੂਰ ਕਿਤੇ ਨਾ ਕਿਤੇ ਫਿਰ ਰਹੇ ਨੇ, ਮਹਿਲਾ ਵਿੰਗ ਜਿਹੜਾ ਉਹਨਾਂ ਦਾ ਔਰਤ ਵਿੰਗ ਆ ਉਹ ਬੈਠਾ ਹੋਇਆ ਬਾਗੀ ਹੋ ਕੇ, ਇੱਕ ਹਫ਼ਤਾ ਮੰਗਿਆ ਸੀ, ਇੱਕ ਹਫ਼ਤਾ ਲੰਘ ਚੁੱਕਿਆ। ਪੰਜਾਬ ਦੇ ਵਿੱਚ ਵੀ ਲੀਡਰਸ਼ਿਪ ਕਿਹੜੀ ਹੋਏਗੀ? ਨਵਜੋਤ ਸਿੱਧੂ ਹੁਣ ਸਾਈਡ ਤੇ ਆਪਦੀ ਵਾਈਫ ਦੇ ਕਰਕੇ, ਰਾਜਾ ਵੜਿੰਗ ਆਪਣੇ ਢੰਗ ਨਾਲ ਬੋਲਦਾ ਹੈ, ਉਹਦੀ ਬੋਲੀ ਦਾ ਕਿੰਨਾ ਕੁ ਅਸਰ ਪੈਂਦਾ ਹੈ ਲੋਕਾਂ ਦੇ ਉੱਤੇ। ਪ੍ਰਤਾਪ ਸਿੰਘ ਬਾਜਵਾ ਆਪਣੇ ਤਰੀਕੇ ਦੀ ਗੱਲ ਕਰਦੇ ਨੇ, ਬਾਕੀ ਹੋਰ ਇੱਕ ਸੁਰਤਾ ਦੀ ਕਮੀ ਇੱਥੇ ਵੀ ਦਿਖਾਈ ਦੇ ਰਹੀ ਹੈ ਅਜੇ ਵੀ, ਕਿ ਕਿਹੜਾ ਲੀਡਰ ਹੋਏਗਾ ਜਿਹੜਾ ਲੋਕ ਸਭਾ ਚ ਲੈ ਕੇ ਜਾਏਗਾ ਕਾਂਗਰਸ ਚੋਂ ਪੰਜਾਬ ਨੂੰ ਅੱਗੇ ਉਹ ਸਾਰੇ ਮਾਮਲੇ ਦੇ ਵਿੱਚ। ਔਰ ਬੀਜੇਪੀ ਆਪਣੇ ਚ ਰਲਾਉਣ ਲਈ ਖੜੀ ਆ, ਬਾਕੀ ਬੰਦਿਆਂ ਨੂੰ ਵੀ ਫਿਰ ਤਾਂ ਜੋੜ ਤੋੜ ਕਰਕੇ ਦਿਖਾਵਾਂਗੇ ਵੀ ਆਹ ਵੀ ਸਾਡਾ ਕੈਂਡੀਡੇਟ, ਆਹ ਵੀ ਸਾਡੇ ਚ ਆ ਗਿਆ, ਆਹ ਵੀ ਸਾਡੇ ਚ ਆ ਗਿਆ। ਮੇਰਾ ਖਿਆਲ ਹੈ ਹੋਰ ਕੋਈ ਅਜੇ ਤੱਕ ਨੁਕਤਾ ਤਾਂ ਬੀਜੇਪੀ ਕੋਲ ਉਹ ਹੈ ਜਾਂ ਨਹੀਂ ਹੈ, ਜਾਂ ਕੁਝ ਸਿੱਖ ਸਾਈਡ ਦੀਆਂ ਡਿਮਾਂਡ ਪੂਰੀਆਂ ਕਰਕੇ ਨੇੜੇ ਜਾ ਕੇ ਕੁਝ ਸ਼ਾਇਦ ਉਪਰਾਲਾ ਕਰੇ ਵੀ ਦੇਖੋ ਜੀ ਹੁਣ ਅਸੀਂ ਆਹ ਕਰਨ ਲੱਗੇ ਆ ਤੇ ਸਾਡੇ ਨਾਲ ਥੋੜੇ ਬਹੁਤ ਆ ਜਾਓ। ਹੋਰ ਤਾਂ ਕੋਈ ਮਤਲਬ ਪੋਲੀਟੀਕਲ ਡਿਸਕੋਰਸ ਨਹੀਂ ਉਸ ਲੈਵਲ ਦਾ ਨਜ਼ਰ ਆ ਰਿਹਾ ਜਿਹੜਾ ਪੰਜਾਬ ਦੀ ਗੱਲ ਕਰੇ, ਪੰਜਾਬ ਦੇ ਰੀਅਲ ਮੁੱਦਿਆਂ ਦੀ ਗੱਲ ਕਰੇ। ਸਰਦਾਰ ਜਗਤਾਰ ਸਿੰਘ ਜੀ, ਮੈਂ ਸਿਰੇ ਲਾ ਦਿਆਂ ਨੂੰ ਥੋੜੀ ਜਿਹੀ ਗੱਲ ਤੁਸੀਂ ਪੁੱਛ ਲਓ ਕੀ ਪੁੱਛਣਾ। ਹਾਂ, ਤੁਸੀਂ ਯਾਦ ਜ਼ਰੂਰ ਰੱਖਿਓ, ਭੁੱਲ ਨਾ ਜਾਇਓ ਜਿਹੜੀ ਤੁਸੀਂ ਕਰਨ ਲੱਗੇ ਸੀ। ਮੈਂ ਇਹ ਕਹਿ ਰਿਹਾ ਮੈਂ ਪਹਿਲਾਂ ਮੁਕਾਈ ਦਿਆਂ ਮੁਕਾ ਲਓ। ਵੈਸੇ ਵਿਆਖਿਆ ਹਮੀਰ ਸਿੰਘ ਹੋਰਾਂ ਜਿਹੜੀ ਕੀਤੀ ਹੈ ਨਾ, ਹੁਣ ਇਹਨੂੰ ਅੱਧ ਚ ਛੱਡਿਆ ਨਹੀਂ ਜਾਣਾ, ਇਹਨੂੰ ਪੂਰੀ ਕਰਦੇ ਤੁਸੀਂ ਗੱਲ ਕਰ ਲਓ। ਹਾਂ, ਇਹ ਪੰਜਾਬ ਦੇ ਵਿੱਚ ਪਹਿਲਾਂ ਡਿਸਕਸ ਜਿਹੜਾ ਅਰੇਂਜਮੈਂਟ ਹੋਇਆ ਸੀ 8-5 ਦਾ ਹੋਇਆ ਸੀਗਾ। 8 ਸੀਟਾਂ ਕਾਂਗਰਸ ਲੜੇਗੀ ਤੇ 5 ਆਮ ਆਦਮੀ ਪਾਰਟੀ ਲੜੇਗੀ, ਇਸ ਪੈਟਰਨ ਤੇ ਗੱਲ ਚੱਲ ਰਹੀ ਸੀਗੀ। ਪੰਜਾਬ ਦਾ ਹਜੇ ਕੋਈ ਫੈਸਲਾ ਨਹੀਂ ਹੋਇਆ, ਅੱਜ ਸਿਰਫ ਦਿੱਲੀ ਦੀ ਡਿਸਕਸ਼ਨ ਹੋਈ ਹੈ ਜੀ। ਤੇ ਇਹ ਜਿਹੜੇ ਅਰੇਂਜਮੈਂਟ ਹੁੰਦੇ ਆ ਇਹ ਫਾਈਨਲ ਨਹੀਂ ਹੋਇਆ ਕਰਦੇ। ਜਦੋਂ ਬ੍ਰੌਡ ਨੈਸ਼ਨਲ ਲੈਵਲ ਤੇ ਅਲਟੀਮੇਟਲੀ ਗੱਲ ਅੱਗੇ ਤੁਰੇਗੀ, ਉਹਦੇ ਵਿੱਚ ਕੱਲ ਨੂੰ ਕੋਈ ਐਡਜਸਟਮੈਂਟ ਕੀਤੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੇ ਤਿਆਰੀ, ਦੇਖੋ ਪਾਰਟੀ ਦੇ ਕੈਡਰ ਨੂੰ ਮੋਬਿਲਾਈਜ਼ ਕਰਨ ਵਾਸਤੇ ਪਾਰਟੀ ਹਮੇਸ਼ਾ ਹੀ ਇਹ ਸਟੈਂਡ ਲਿਆ ਕਰਦੀ ਹੈ ਕਿ ਆਪਾਂ ਸਾਰੀਆਂ ਸੀਟਾਂ ਤੇ ਇਲੈਕਸ਼ਨ ਲੜਾਂਗੇ, ਨਹੀਂ ਤਾਂ ਪਾਰਟੀ ਦਾ ਕਾਡਰ ਘਰ ਬੈਠ ਜਾਂਦਾ। ਜੇ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਸਾਰੀਆਂ ਸੀਟਾਂ ਤੇ ਇਲੈਕਸ਼ਨ ਨਹੀਂ ਲੜਦੀ ਤੇ ਉਹਦੇ ਨਾਲ ਪਾਰਟੀ ਦਾ ਕਾਡਰ ਹੋ ਜਾਂਦਾ ਇਨਐਕਟਿਵ। ਉਹ ਐਕਟੀਵਿਟੀ ਜਾਰੀ ਰੱਖਣ ਵਾਸਤੇ ਪਾਰਟੀ ਦੇ ਕੇਡਰ ਨੂੰ ਮੋਬਿਲਾਈਜ਼ ਰੱਖਣ ਵਾਸਤੇ ਇਹ ਜ਼ਰੂਰੀ ਹੁੰਦਾ ਹੈ ਕਿ ਪਾਰਟੀ ਲਗਾਤਾਰ ਇਹ ਸਿਗਨਲ ਦੇਵੇ ਕਿ ਆਪਾਂ ਪੂਰੀ ਤਿਆਰੀ ਹਰ ਲੈਵਲ ਤੇ ਕਰਨੀ ਹੈ। ਸੋ ਦਿੱਲੀ ਦੇ ਵਿੱਚ ਮੈਨੂੰ ਲੱਗਦਾ ਇਸ ਫੈਸਲੇ ਦੇ ਪਿੱਛੇ ਜ਼ਿਆਦਾ ਥਿੰਕਿੰਗ ਇਹ ਵੀ ਹੋ ਸਕਦੀ ਹੈ ਕਿ ਅਲਟੀਮੇਟਲੀ ਜਦੋਂ ਫਾਈਨਲ ਲੋਕ ਸਭਾ ਦਾ ਟਾਈਮ ਤਾਂ ਦੂਰ ਹੈ ਜੀ, ਕਿ ਜਦੋਂ ਉਹ ਅੰਡਰਸਟੈਂਡ ਹੋਏਗੀ ਤੇ ਉਦੋਂ ਇਹ ਅਰੇਂਜਮੈਂਟ ਕਿਵੇਂ ਚੱਲੇਗਾ। ਪੰਜਾਬ ਬਾਰੇ ਬ੍ਰੌਡ ਥਿੰਕਿੰਗ ਹੈ ਕਿ ਪੰਜਾਬ ਦੇ ਕਾਂਗਰਸੀ ਲਗਾਤਾਰ ਕਹਿ ਰਹੇ ਸੀ ਇਹਨਾਂ ਨਾਲ ਕੋਈ ਅਰੇਂਜਮੈਂਟ ਨਹੀਂ ਕਰਨਾ, ਜੇ ਅੱਜ ਦੀ ਤਰੀਕ ਦੇ ਵਿੱਚ ਕਰਦੇ ਆ ਤੇ ਮਰਦੇ ਆ। ਅਕਾਲੀ ਦਲ ਤਾਂ ਪਹਿਲਾਂ ਹੀ ਡਾਊਨ ਹੈ ਜੀ। ਜੇ ਕੋਈ ਪਾਰਟੀ ਇਫੈਕਟ ਹੁੰਦੀ ਹੈ ਅਰੇਂਜਮੈਂਟ ਦੇ ਵਿੱਚ ਤੇ ਉਹ ਕਾਂਗਰਸ ਹੈ, ਆਪ ਇਫੈਕਟ ਨਹੀਂ ਹੁੰਦੀ ਇਹਦੇ ਵਿੱਚ, ਕਾਂਗਰਸ ਹੁੰਦੀ ਹੈ। ਇਸ ਕਰਕੇ ਉਹ ਆਪਣੀ ਅਗਰੈਸਿਵ ਪੋਜੀਸ਼ਨ ਉਹ ਤੱਕ ਮੇਨਟੇਨ ਰੱਖੇਗੀ। ਹੁਣ ਤੁਸੀਂ ਜਦੋਂ ਅਸੀਂ 8-5 ਔਰ 7-7 ਦਾ ਜ਼ਿਕਰ ਕਰ ਰਹੇ ਸੀ ਤਾਂ ਇੱਕ ਕਾਂਗਰਸੀ ਜਿਹੜੇ ਕਿ ਅੱਜ ਕੱਲ ਇੱਕ ਪ੍ਰਦੇਸ਼ ਦੇ ਜਿੱਥੇ ਕਾਂਗਰਸ ਸੱਤਾ 'ਚ ਹੈ ਉਹਦੇ ਪ੍ਰਭਾਰੀ ਨੇ ਕਾਂਗਰਸ ਦੇ ਰੰਧਾਵਾ ਜੀ, ਉਹ ਵੀ ਹੈਗੇ, ਉਹ ਜ਼ਿਕਰ ਕਰ ਰਹੇ ਸੀਗੇ ਕਿ ਕਾਂਗਰਸ ਇਕੱਲਿਆਂ ਲੜੇਗੀ, ਇਹ ਸਾਡਾ ਦਾਵਾ ਹੈ ਔਰ ਇਹਦੇ 'ਚ ਕੋਈ ਦੂਜਾ ਬਦਲ ਨਹੀਂ। ਔਰ ਇਸੇ ਤਰ੍ਹਾਂ ਇੱਕ ਹੋਰ ਆਗੂ ਜਿਨ੍ਹਾਂ ਨੂੰ ਹੁਣੇ ਕਿ ਆਮ ਆਦਮੀ ਪਾਰਟੀ ਦੇ ਸੰਗਠਨ 'ਚ ਅਹਿਮ ਜਗ੍ਹਾ ਮਿਲੀ ਹੈ, ਉਹਨਾਂ ਨੇ ਕੇਜਰੀਵਾਲ ਦੇ ਹਵਾਲੇ ਨਾਲ ਇਹ ਮੇਰੇ ਨਾਲ ਜ਼ਿਕਰ ਕੀਤਾ ਸੀ ਕਿ ਇੱਕ ਦਿਨ ਕੇਜਰੀਵਾਲ ਸਾਹਿਬ ਕੋਲ ਬੈਠਿਆ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ 24 ਦੀ ਇਲੈਕਸ਼ਨ ਤੋਂ ਪਹਿਲਾਂ ਕੋਈ ਸਪਸ਼ਟ ਆਦੇਸ਼ ਦੇ ਦਿਓ ਜੀ, ਅਸੀਂ ਕਿਸ ਤਰ੍ਹਾਂ ਦੀ ਤਿਆਰੀ ਕਰੀਏ, ਤੇ ਉਹਨਾਂ ਨੇ ਕਿਹਾ ਕਿ ਤੁਸੀਂ 14 ਸੀਟਾਂ ਤੇ ਤਿਆਰੀ ਕਰੋ, 14 ਸੀਟਾਂ ਲਈ ਉਮੀਦਵਾਰ ਔਰ ਬਾਕੀ ਵੀ ਜਿਹੜੇ ਲੋਕ ਆਉਣਾ ਚਾਹੁੰਦੇ ਆ ਉਹਨਾਂ ਦੀ ਸਕਰੀਨਿੰਗ ਕਰਕੇ ਤੁਸੀਂ ਗੱਲ ਅੱਗੇ ਵਧਾਓ, ਕਿਉਂਕਿ ਜਿੱਥੇ ਜਿੱਥੇ ਬੀਜੇਪੀ ਕਮਜ਼ੋਰ ਹੈ
ਉੱਥੇ ਉੱਤੇ ਸਾਡਾ ਸਮਝੌਤਾ ਕਿਸੇ ਨਾਲ ਨਹੀਂ। ਜਿੱਥੇ ਬੀਜੇਪੀ ਤਗੜੀ ਹੈ ਤੇ ਉਹਨਾਂ ਨੂੰ ਇੱਕ ਹੀ ਕੈਂਡੀਡੇਟ ਉਹਨਾਂ ਦੇ ਖਿਲਾਫ ਖੜਾ ਕਰਨਾ ਹੈ, ਉੱਥੇ ਹੀ ਸਮਝੌਤੇ ਦੀ ਸੋਚਾਂਗੇ। ਤਾਂ ਮੈਨੂੰ ਲੱਗਦਾ ਵੀ ਜੇ ਦਿੱਲੀ ਪੰਜਾਬ ਨੂੰ ਛੱਡ ਕੇ ਕੇਜਰੀਵਾਲ ਸਾਹਿਬ ਦੀ ਹੋਰ ਕਿਤੇ ਬਹੁਤੀ ਪੁੱਗਤ ਹੈ ਤਾਂ ਹੈ ਨਹੀਂ। ਖੈਰ, ਮੈਂ ਇਹਦੇ 'ਚ ਥੋੜਾ ਜਿਹਾ ਅੱਗੇ ਸਰਦਾਰ ਜਗਤਾਰ ਸਿੰਘ ਨਾਲ ਵਧਣਾ ਚਾਹਾਂਗਾ। ਜਿਹੜਾ ਸਰਦਾਰ ਹਰਮੀਤ ਸਿੰਘ ਹੋਰਾਂ ਨੇ ਖੁੱਲਾ ਸਵਾਲ ਛੱਡਤਾ ਹੈ ਕਿ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਬੀਜੇਪੀ ਨਾਲ ਰਲ ਕੇ ਲੜਦਾ ਹੈ ਤਾਂ ਫਾਇਦੇ 'ਚ ਰਹਿੰਦਾ ਹੈ, ਜਾਂ ਉਹ ਆਪਣਾ ਜੇ ਉਹ ਇਕੱਲਿਆਂ ਲੜਦਾ ਹੈ ਤਾਂ ਉਹਨੂੰ ਕੀ ਹਾਸਲ ਹੈ, ਬੀਜੇਪੀ ਇਕੱਲਿਆਂ ਲੜਦੀ ਹੈ ਤੇ ਉਹਨੂੰ ਕੀ ਹਾਸਲ ਹੈ, ਜੇ ਰਲ ਕੇ ਲੜਦੀ ਹੈ ਤਾਂ ਫਾਇਦਾ ਹੋਣ ਵਾਲਾ ਕਿ ਨਹੀਂ। ਕਿਉਂਕਿ ਇਹ ਸਵਾਲ ਐਡਰੈਸ ਕਰਨ ਵਾਲਾ ਵੀ ਬੜਾ ਜ਼ਰੂਰੀ ਆ। ਦੋ ਪੱਧਰਾਂ ਤੇ ਗੱਲ ਚੱਲਦੀ ਰਹਿੰਦੀ ਆ। ਪਾਰਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇੱਕ ਧੜਾ ਹੌਲੀ ਹੌਲੀ ਕਹਿੰਦਾ ਰਹਿੰਦਾ ਕਿ ਅਸੀਂ ਪੰਥਕ ਸੋਚ ਬਚਾਈਏ, ਸਾਡੇ ਤੇ ਦੋਸ਼ ਆਰਐਸਐਸ ਦਾ, ਬੀਜੇਪੀ ਭਾਜਪਾਈ ਹੋਣ ਦਾ ਲੱਗਣ ਲੱਗਦਾ, ਅਸੀਂ ਉਹ ਤੋਂ ਪਾਸੇ ਜਾਈਏ ਤਾਂ ਕਿ ਲੰਬੇ ਸਮੇਂ ਲਈ ਬਚੇ ਰਵਾਂਗੇ। ਤੇ ਦੂਜਾ ਧੜਾ ਕਹਿ ਰਹਿੰਦਾ ਕਿ ਇਮੀਡੀਏਟਲੀ ਅਸੀਂ ਜੇ ਨਹੀਂ ਜਾਂਦੇ ਤਾਂ ਅਸੀਂ ਹੋਰ ਨੁਕਸਾਨੇ ਜਾਵਾਂਗੇ, ਸਾਨੂੰ ਸੱਤਾ ਦੇ ਆਸਰੇ ਦੀ ਲੋੜ ਆ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕੀ ਹੋਣ ਵਾਲਾ ਹੈ? ਗੱਲ ਤੁਸੀਂ ਪੀਐਮ ਦੀ ਸਪੀਚ ਤੋਂ, ਜਿਹੜੀ ਉਹਨਾਂ ਦੀ ਕੱਲ ਦੀ ਸਪੀਚ ਹੈ ਲਾਲ ਕਿਲੇ ਤੋਂ, ਉਸ ਸੰਦਰਭ ਦੇ ਵਿੱਚ ਅਕਾਲੀ ਦਲ ਨੂੰ ਵੀ ਪੁੱਟ ਅਪ ਕਰੋ। ਉਹਨਾਂ ਨੇ ਕਿਹਾ, ਉਹਨਾਂ ਨੇ 3 ਪੁਆਇੰਟ ਆਇਡੈਂਟੀਫਾਈ ਕੀਤੇ ਜਿੱਤੇ ਉਹਨਾਂ ਨੇ ਅਟੈਕ ਕੀਤਾ ਆਪੋਜੀਸ਼ਨ ਤੇ। ਪਹਿਲਾ ਪਰਿਵਾਰਵਾਦ ਲਿਆ, ਕਰਪਸ਼ਨ ਲਈ ਹੈ, ਦੂਜਾ ਪਰਿਵਾਰਵਾਦ ਲਿਆ ਜੀ। ਅਕਾਲੀ ਦਲ ਪਰਿਵਾਰਵਾਦ ਹੈ। ਜੇ ਸਟ੍ਰਿਕਟਲੀ ਉਸ ਪੈਰਾਮੀਟਰ ਦੇ ਵਿੱਚ ਗੱਲ ਕਰਨੀ ਹੈ ਜੋ ਨਰਿੰਦਰ ਮੋਦੀ ਦੀ ਸਪੀਚ ਨੇ ਆਇਡੈਂਟੀਫਾਈ ਕੀਤਾ ਹੈ ਫਰੇਮਵਰਕ, ਉਹਦੇ ਵਿੱਚ ਤਾਂ ਫਿਰ ਅਕਾਲੀ ਦਲ ਨਾਲ ਤਾਂ ਸਮਝੌਤਾ ਹੋ ਨਹੀਂ ਸਕਦਾ। ਅਕਾਲੀ ਦਲ ਤਾਂ ਹੁਣ ਪਰਿਵਾਰਵਾਦੀ ਪਾਰਟੀ ਹੈ, ਉੱਥੇ ਹੀ ਲਕੀਰ ਫਿਰ ਜਾਂਦੀ ਹੈ। ਨੰਬਰ 2, ਹੁਣ ਜਿਹੜਾ 1.5 ਮਹੀਨਾ ਪਹਿਲਾਂ ਇਹਨਾਂ ਨੂੰ ਹਿੰਟ ਆਇਆ ਸੀਗਾ ਸੁਖਬੀਰ ਸਿੰਘ ਬਾਦਲ ਨੂੰ ਕਿ ਤੁਸੀਂ ਭਾਈ ਕੈਬਨਿਟ ਦੇ ਵਿੱਚ ਆ ਜਾਓ ਤੇ ਪਾਰਟੀ ਪ੍ਰੈਜ਼ੀਡੈਂਟ ਦੇ ਉਹਦੇ ਤੋਂ ਰਿਜ਼ਾਈਨ ਕਰ ਦਿਓ ਤੇ ਉਹ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿਓ, ਅਸੀਂ ਤਿਆਰ ਹਾਂ। ਜੇ ਕੈਬਨਿਟ ਦੇ ਵਿੱਚ ਲੈਣੇ ਦਾ ਮਤਲਬ ਕਿ ਅਲਾਇੰਸ ਤਾਂ ਆਪਣੇ ਆਪ ਹੀ ਹੋਊਗੀ। ਤੇ ਸੁਖਬੀਰ ਸਿੰਘ ਜੀ ਮੰਨੇ ਨਹੀਂ ਸੀਗੇ, ਕਹਿੰਦੇ ਜਿਹੜੀ ਪਾਰਟੀ ਚੋਂ ਗੱਲ ਆ ਰਹੀ ਹੈ, ਪਾਰਟੀ ਦੇ ਕਿਸੇ ਲੀਡਰ ਨਾਲ ਗੱਲ ਕਰ ਲਓ, ਉਹ ਕਹਿੰਦੇ ਜੀ ਆਹ ਸਿਚੁਏਸ਼ਨ ਹੈ, ਸੁਖਬੀਰ ਹੋਰੀ ਮੰਨੇ ਨਹੀਂ। ਤੇ ਗੱਲ ਹੁਣ ਸੁਖਬੀਰ ਹੋਰਾਂ ਦਾ ਵਿੱਚੋਂ ਬਦਲ ਵੀ ਕੋਈ ਨਹੀਂ। ਲੇਟੈਸਟ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਸ ਤੋਂ ਪਹਿਲਾਂ ਇਹ ਗੱਲ ਲਗਾਤਾਰ ਉੱਠ ਰਹੀ ਸੀਗੀ ਕਿ ਇਹ ਜਿਹੜੇ ਇਸਤਰੀ ਵਿੰਗ ਨੇ ਜਿਹੜੇ ਬਗਾਵਤ ਦਾ ਝੰਡਾ ਚੱਕਿਆ, ਇਹ ਇਸ਼ੂ ਇਸ ਕੋਰ ਕਮੇਟੀ ਦੇ ਵਿੱਚ ਕੁਝ ਲੀਡਰ ਡਿਸਕਸ ਕਰਨਗੇ। ਸਾਰੇ ਚੁੱਪ ਰਹੇ ਤੇ ਅਖੀਰ ਤੇ ਕਿਸੇ ਇੱਕ ਲੀਡਰ ਨੇ ਮਾੜਾ ਜਿਹਾ ਜ਼ਿਕਰ ਕੀਤਾ ਸੀਗਾ ਤੇ ਮੁੜ ਕੇ ਕਿਸੇ ਨੇ ਉਹਦਾ ਸਾਥ ਹੀ ਨਹੀਂ ਦਿੱਤਾ। ਸੋ ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਕੋਈ ਵੀ ਓਪਨਲੀ ਸੁਖਬੀਰ ਦੇ ਖਿਲਾਫ ਬਗਾਵਤ ਕਰਨ ਨੂੰ ਤਿਆਰ ਨਹੀਂ। ਇਹ ਆਪਸ ਗੱਲਬਾਤ ਹੁੰਦੀ ਹੈ ਬਈ ਇਸ ਪ੍ਰਧਾਨ ਦੇ ਹੁੰਦੇ ਆ ਪਾਰਟੀ ਰਿਵਾਈਵ ਨਹੀਂ ਹੋ ਸਕਦੀ, ਇਹ ਡਿਸਕਸ ਕਰਕੇ ਆਪਸ ਦੇ ਵਿੱਚ ਫਿਰ ਆਰਾਮ ਨਾਲ ਬੈਠ ਜਾਂਦੇ ਹੈ। ਤੇ ਸਿਚੁਏਸ਼ਨ ਅੱਜ ਦੀ ਤਰੀਕ ਦੇ ਵਿੱਚ ਇਹ ਲਗਾਤਾਰ ਸਟੇਲਮੇਟ ਇਸ ਤਰ੍ਹਾਂ ਹੀ ਚੱਲ ਰਹੀ ਹੈ। ਹੋਰ ਕਿਸੇ ਧੜੇ ਦੇ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਜਿਹੜਾ ਮੇਨ ਸਟ੍ਰੀਮ ਸ਼੍ਰੋਮਣੀ ਅਕਾਲੀ ਦਲ ਹੈ, ਇਹ ਜੋ ਜਿਹਾ ਵੀ ਹੈਗਾ, ਜਿੰਨਾ ਵੀ ਕਮਜ਼ੋਰ ਹੈ, ਕਿ ਇਹਦੀ ਰਿਪਲੇਸਮੈਂਟ ਬਣ ਸਕਣ। ਇੱਥੇ ਅਕਾਲੀ ਦਲ ਦੀ ਬਹੁਤ ਵੱਡੀ ਇੱਕ ਸਮੱਸਿਆ ਖੜੀ ਹੋਈ ਵੀ ਹੈ, ਉਹ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਖਲਾ ਹੈ। ਮੈਂ ਲਗਾਤਾਰ ਕਹਿਣਾ ਹੁੰਦਾ ਕਿ ਪੰਜਾਬ ਨੂੰ ਇੱਕ ਤਕੜੇ ਅਕਾਲੀ ਦਲ ਦੀ ਲੋੜ ਹੈ। ਇਸ ਲੀਡਰਸ਼ਿਪ ਦੇ ਹੁੰਦਿਆਂ ਇਹਨਾਂ ਨੇ ਇੰਨੀਆਂ ਗਲਤੀਆਂ ਔਰ ਇੰਨੇ ਗੁਨਾਹ ਕੀਤੇ ਹੋਏ ਹੈ ਕਿ ਲੋਕ ਹਜੇ ਇਹਨਾਂ ਨੂੰ ਮਾਫ ਕਰਨ ਨੂੰ ਤਿਆਰ ਨਹੀਂ ਲੱਗਦੇ। ਸੋ ਅਗਲੀ ਜਿਹੜੀ 24 ਦੀ ਇਲੈਕਸ਼ਨ ਹੈ ਉਹ ਹਜੇ ਕੁਐਸਚਨ ਮਾਰਕ ਇਸ ਕਰਕੇ ਹੈ, ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਫਾਇਦਾ ਕਿਹਨੂੰ ਹੋ ਸਕਦਾ ਹੈ, ਬੀਜੇਪੀ ਨੂੰ ਕਿ ਅਕਾਲੀ ਦਲ ਨੂੰ, ਜਾਂ ਅਲੱਗ ਲੜਨ ਦੇ ਵਿੱਚ। ਦੋਵੇਂ ਪਾਰਟੀਆਂ ਪੰਜਾਬ ਵਿੱਚ ਇੰਨੀਆਂ ਕੁ ਵੀਕ ਹੈ ਕਿ ਜੇ ਇਕੱਠੇ ਵੀ ਹੋ ਜਾਣ ਤੇ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਕੋਈ ਬਹੁਤੀ ਇਹਨਾਂ ਤੇ ਆਸ ਨਹੀਂ ਲੱਗਦੀ। ਲੇਕਿਨ ਜਿਹੜੇ ਪੈਰਾਮੀਟਰ ਮੋਦੀ ਜੀ ਖੁਦ ਬਣ ਰਹੇ ਹੈ ਉਹਦੇ ਵਿੱਚ ਤਾਂ ਫਿਰ ਪੋਸੀਬਲ ਹੀ ਨਹੀਂ ਹੈ ਕਿ ਇਹਨਾਂ ਨਾਲ ਅਲਾਇੰਸ ਹੋ ਜਾਏ। ਸੋ ਬੜੀ ਹਜੇ ਖੁੱਲੀ ਖੇਡ ਹੈਗੀ ਹੈ। ਆਉਣ ਵਾਲੇ ਦਿਨਾਂ ਵਿੱਚ ਗੱਲ ਕਲੀਅਰ ਹੋਏਗੀ ਕਿ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਸਕਦੇ ਹੈ ਜਾਂ ਨਹੀਂ ਹੋ ਸਕਦੇ। ਹੁਣ ਤੱਕ ਜਿੰਨੇ ਇਨਫੋਰਮੇਸ਼ਨ ਹੈਗੀ ਹੈ, ਜਿੰਨੇ ਕੋਸ਼ਿਸ਼ ਕੀਤੀ ਗਈ ਹੈ ਜਿਸ ਢੰਗ ਦੀ ਵੀ, ਉਹ ਸਿਰੇ ਨਹੀਂ ਲੱਗ ਰਹੀ। ਨਾ ਤਾਂ ਅਲਾਇੰਸ ਦੀ, ਨਾ ਕੋਈ ਅਰੇਂਜਮੈਂਟ ਨਵਾਂ ਹੋਣ ਦੇ, ਤੇ ਨਾ ਅਕਾਲੀ ਦਲ ਦੇ ਰਿਵਾਈਵ ਹੋਣ ਦੇ, ਨਾ ਅਕਾਲੀ ਦਲ ਨਵਾਂ ਬਣਨ ਦੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਦਿੱਲੀ ਦੇ ਵਿੱਚ ਜਿਹੜੇ ਅਕਾਲੀ ਜਾਂ ਸਿੱਖ ਲੀਡਰ ਜਿਹੜੇ ਨੇ, ਜਿਹੜੇ ਪਹਿਲਾਂ ਕਿਤੇ ਅਕਾਲੀ ਦਲ ਦੇ ਨਾਲ ਵੀ ਸੀਗੇ, ਹੁਣ ਜਿਹੜੇ
ਭਾਰਤੀ ਜਨਤਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੇ ਨਾਲ ਆ, ਉਹ ਵੀ ਲਗਾਤਾਰ ਕੰਨ 'ਚ ਫੂਕ ਮਾਰਦੇ ਰਹਿੰਦੇ ਆ ਉੱਤੇ ਕਿ ਨਾਲ ਆਉਣ ਦਾ ਫਾਇਦਾ ਕਿ ਨਹੀਂ। ਇੱਕ ਧਿਰ ਬੀਜੇਪੀ ਦੀ ਵੀ ਇਹ ਸੋਚਦੀ ਆ ਕਿ ਬੀਜੇਪੀ ਅਕਾਲੀ ਦਲ ਦੀਆਂ ਵੋਟਾਂ ਲੈ ਕੇ ਆਪਣੀਆਂ ਜਿਹੜੀਆਂ 2-3 ਸੀਟਾਂ ਨੇ ਉਹਨਾਂ ਨੂੰ ਪੁਖਤਾ ਕਰ ਲੇ। ਅਕਾਲੀ ਦਲ ਨੂੰ ਬੀਜੇਪੀ ਦਾ ਫਾਇਦਾ ਹੋਣ ਵਾਲਾ ਕਿ ਨਹੀਂ, ਕਿਉਂਕਿ ਉਹ ਨੁਕਸਾਨੇ ਇੰਨੇ ਗਏ ਆ ਕਿ ਉਹਨਾਂ ਨੂੰ ਆਪਣੇ ਪੈਰਾਂ ਤੇ ਹੀ ਪਹਿਲਾਂ ਖੜਾ ਹੋਣਾ ਪਊਗਾ। ਸਰਦਾਰ ਹਮੀਰ ਸਿੰਘ ਜੀ, ਇੱਥੇ ਇੱਕ ਛੋਟੀ ਜਿਹੀ ਟਿੱਪਣੀ, ਪਰ ਨਾਲ ਦੀ ਨਾਲ ਮੈਂ ਉਸ ਤੋਂ ਵੀ ਵੱਡੇ ਮਾਮਲੇ ਵੱਲ ਜਾਣਾ ਚਾਹੂੰਗਾ। ਸ਼੍ਰੋਮਣੀ ਕਮੇਟੀ ਅੱਜ ਅਕਾਲ ਤਖਤ ਸਾਹਿਬ ਤੇ ਜਿਹੜੇ 47 ਚ ਮਾਰੇ ਗਏ ਪੰਜਾਬੀ ਆ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਦੀ ਆ। ਇਹ ਦੂਜੀ ਵਾਰ ਸੀ, ਪਿਛਲੀ ਵਾਰ ਵੀ ਇਸ ਤਰ੍ਹਾਂ ਦਾ ਸਮਾਗਮ ਹੋਇਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਤੇ ਹੋਇਆ ਸੀ ਸ਼ੁਰੂ ਇਹ, ਔਰ ਦੂਜੀ ਵਾਰੀ ਇਸ ਤਰ੍ਹਾਂ ਹੋਇਆ। ਇਹ ਬੜਾ ਦਵੰਦ ਹੈ ਸਥਿਤੀਆਂ ਦੀ, ਇਹ ਵਿਅੰਗੀ ਹੈ, ਇੱਕ ਤਰ੍ਹਾਂ ਨਾਲ ਵਿਡੰਬਨ ਹੈ ਕਿ ਕਿਵੇਂ ਲਓਗੇ ਇਹਨੂੰ ਕਿ ਉਦੋਂ ਕਤਲ ਹੋਏ 10 ਲੱਖ ਤੋਂ ਜ਼ਿਆਦਾ, ਬਹੁਤ ਸਾਰੇ ਪੰਜਾਬੀਆਂ ਨੇ ਵੀ ਬੰਦੇ ਮਾਰੇ, ਸਿੱਖਾਂ ਨੇ ਵੀ ਬਹੁਤ ਕਤਲ ਕੀਤੇ, ਤੇ ਗੁਰੂ ਫਿਲਾਸਫੀ ਤੁਹਾਡੇ ਲਫ਼ਜ਼ਾਂ ਦੇ ਵਿੱਚ ਹੀ ਸਾਨੂੰ ਕੋਈ ਹੋਰ ਰਾਹ ਦੱਸਦੀ ਆ। ਅਸੀਂ ਤਾਂ ਰਾਖੇ ਬਣਦੇ ਆ, ਦਾਅਵਾ ਵੀ ਕਰਦੇ ਆ, ਹਿਸਟਰੀ ਵੀ ਇਹੀ ਕਰਦੇ ਆ, ਪਰ ਉਸ ਦੌਰ ਦੇ ਵਿੱਚ ਅਸੀਂ ਵੀ ਪੂਰੇ ਦੇ ਪੂਰੇ ਨਾਲ ਸ਼ਾਮਲ ਸੀਗੇ। ਕਦੇ ਵੀ ਐਨਾਲਿਸਿਸ ਨਹੀਂ ਕੀਤਾ ਗਿਆ, ਮੁਲਾਂਕਣ ਨਹੀਂ ਕੀਤਾ ਗਿਆ, ਗਲਤੀਆਂ ਕਦੇ ਵੀ ਮੰਨੀਆਂ ਨਹੀਂ ਗਈਆਂ, ਕਦੇ ਮਾਫੀ ਨਹੀਂ ਅਸੀਂ ਮੰਗੀ। ਵੱਖਰੀ ਗੱਲ, ਉਧਰੋਂ ਵੀ ਬੜੇ ਕਤਲ ਹੋਏ ਸਾਡੇ ਭੈਣ ਭਾਈ ਤੇ ਅਸੀਂ ਉਹਨਾਂ ਦੇ ਵੀ ਮਾਰੇ। ਇਹ ਕੋਈ ਪੁਰਾਣੀ ਵਿਵਸਥਾ ਸੀ, ਮੁਗਲਾਂ ਵੱਲੋਂ ਜਿਹੜੇ ਜ਼ੁਲਮ ਹੋਏ ਸੀ ਤੇ ਉਹ ਉੱਭਰ ਆਏ, ਜਾਂ ਉਦੋਂ ਤੁਹਾਡੇ ਬਚਣ ਲਈ ਦੂਜੇ ਨੂੰ ਮਾਰਨਾ ਹੀ ਰਾਹ ਸੀਗਾ। ਅੱਜ ਜਦੋਂ ਅਸੀਂ ਇੱਕ ਵਾਰੀ ਫਿਰ ਸਮਾਗਮਾਂ 'ਚ ਹੁੰਨੇ ਆ, ਸਿਰਫ ਤੇ ਸਿਰਫ ਸ਼ਰਧਾਂਜਲੀ ਭੇਂਟ ਕਰ ਦੇਣਾ ਕਾਫੀ ਨਹੀਂ, ਇਹਨਾਂ ਮੌਕਿਆਂ ਦੇ ਉੱਤੇ ਕੋਈ ਮੁਲਾਂਕਣ ਹੋਣਾ ਜਾਂ ਉਹਨਾਂ ਪਰਿਸਥਿਤੀਆਂ ਨੂੰ ਇੱਕ ਵਾਰੀ ਫਿਰ ਜਿਉ ਕੇ ਦੇਖਣਾ, ਕਿਵੇਂ ਸਮਝਦੇ ਹੋ? ਅਸਲ 'ਚ ਜਿਹੜੀ ਪਹਿਲੀ ਗੱਲ ਹੈ ਸਿਆਸਤ ਵਾਲੀ, ਉਹਦੇ 'ਚ ਤਾਂ ਕੋਈ ਵੀ ਵੈਲਿਊਏਟ ਨਹੀਂ, ਨਾ ਮੋਦੀ ਸਾਹਿਬ ਨਾ ਉਹਨਾਂ ਦੀ ਪਾਰਟੀ। ਪਹਿਲਾਂ ਪਾਰਟੀ ਵਿੱਚ ਡਿਫਰੈਂਸ ਹੁੰਦੀ ਸੀ, ਜਦੋਂ ਨੇੜੇ ਆ ਕੇ ਜਿਹੜੀ ਗੱਲ 'ਚ ਠੀਕ ਲੱਗਿਆ, ਪ੍ਰੋਫਿਟ ਲੱਗਿਆ, ਜਿਵੇਂ ਕਹਿੰਦੇ ਆਪਾਂ, ਜਿਵੇਂ ਵਪਾਰੀ ਦਾ ਇੱਕ ਮਾਈਂਡਸੈਟ ਹੁੰਦਾ ਹੈ, ਸਿਆਸਤਦਾਨ ਨੂੰ ਵੀ ਇਹੀ ਹੁੰਦਾ ਕਿੱਥੇ ਫਾਇਦਾ ਕਿੱਥੇ ਨੁਕਸਾਨ। ਤਾਂ ਉਹ ਸਭ ਚੀਜ਼ਾਂ ਛੱਡ ਕੇ ਅੱਜ ਵੀ ਨਾਲ ਲਾਏ ਹੋਏ ਨੇ ਬਥੇਰੇ, ਤੇ ਅੱਗੇ ਨੂੰ ਵੀ ਨਾਲ ਲਾਇਆ ਜਾ ਸਕਦਾ ਜੇਕਰ ਉਹਨੂੰ ਲੱਗੇ ਕਿ ਇਹਦੇ 'ਚ ਫਾਇਦਾ। ਬਾਕੀ ਮੈਨੂੰ ਲੱਗਦਾ ਪੰਜਾਬ 'ਚ ਅਕਾਲੀ ਦਲ ਨਾਲ ਜਿਹੋ ਜਿਹਾ ਵੀ ਹੈ ਅਕਾਲੀ ਦਲ, ਬੀਜੇਪੀ ਨੂੰ ਤਾਂ ਜੇ ਅਲਾਇੰਸ ਹੁੰਦਾ ਫਾਇਦਾ ਕੰਪੈਰੇਟਿਵਲੀ ਜ਼ਿਆਦਾ ਹੈ ਅਕਾਲੀ ਦਲ ਦੇ। ਅਕਾਲੀ ਦਲ ਦੋ ਧਾਰੀ ਉਹਦੇ 'ਚ ਖੜਾ ਹੈ, ਮੰਝ ਧਾਰ ਦੇ ਵਿੱਚ ਫਸਿਆ ਕਿ ਕੀ ਉਹਨੇ ਪੰਥਕ ਸਰੂਪ ਆਪਣਾ ਤੇ ਸਪਿਰਿਟ ਬਹਾਲ ਕਰਨ ਦੀ ਲੜਾਈ ਲੜਨੀ ਹੈ, ਜਾਂ ਅਲਾਇੰਸ ਕਰਕੇ ਥੋੜਾ ਬਹੁਤ ਕਿਤੇ ਨਾ ਕਿਤੇ ਆਪਣੇ ਦੇ ਸਰਵਾਈਵਲ ਵੀ, ਚਲੋ ਕਿਤੇ ਜ਼ਿਆਦਾ ਵੋਟਾਂ ਆ ਗਈਆਂ, ਜਮਾਨਤ ਇਧਰ ਹੋਰ ਕੋਈ ਕਿਤੇ ਇੱਕ ਅੱਧੀ ਸੀਟ ਆ ਗਈ, ਜਾਂ ਉਹਦੇ ਨਾਲ ਹਾਜ਼ਰੀ ਲਵਾ ਕੇ ਗੱਲ ਕਰਨੀ ਹੈ। ਮੇਰੇ ਖਿਆਲ ਅਕਾਲੀ ਦਲ ਦਾ ਸੰਕਟ ਗਹਿਰਾ ਸੰਕਟ ਹੋਰ ਤਰ੍ਹਾਂ ਦਾ ਹੈ। ਪਹਿਲਾਂ ਉਹਨੂੰ ਆਪਣੀ ਦਿੱਖ, ਆਪਣੇ ਹਿਸਟਰੀ 'ਚ ਜੇ ਜੋ ਗਲਤੀਆਂ ਉਹ ਸਾਰੀਆਂ ਨੂੰ ਕਰਕੇ, ਤੇ ਪਹਿਲਾਂ ਆਪਣੀ ਜਿਹੜੀ ਮੇਨ ਕੋਰ ਏਰੀਆ ਉਹਨੂੰ ਰਿਵਾਈਵ ਕਰਨਾ ਪਊਗਾ। ਇਹ ਉਹਦਾ ਕੱਲਾ ਅਲਾਇੰਸਜ ਤੱਕ ਵਾਲਾ ਮਾਮਲਾ ਨਹੀਂ ਬਚਿਆ ਹੁਣ, ਮਾਮਲਾ ਜ਼ਿਆਦਾ ਮਤਲਬ ਗੰਭੀਰ ਹੈ ਕੰਪੈਰੇਟਿਵਲੀ ਅਕਾਲੀ ਦਲ ਦੇ ਲਈ। ਜਿਹੜਾ ਸਵਾਲ ਦੂਸਰਾ ਹੈ ਕਿ 47 ਦਾ ਮਾਮਲਾ ਹੈ, ਔਰ 47 ਦਾ ਮਾਮਲਾ ਬਿਲਕੁਲ ਬਹੁਤ ਸੀਰੀਅਸ ਮਾਮਲਾ ਸੀ ਉਸ ਸਮੇਂ। ਮੇਰਾ ਖਿਆਲ ਇੱਕ ਬਹੁਤ ਬੜੀ ਗੱਲ ਉਦੋਂ ਇਹ ਹੁੰਦੀ ਹੈ ਕਿ ਜਦੋਂ ਟਰਾਂਸਫਰ ਹੁੰਦੀ ਹੈ ਲੋਕਾਂ ਦੀ, ਉਹ ਟਰਾਂਸਫਰ ਦੇ ਨਾਲ ਜਾਇਦਾਦਾਂ ਦੀ ਵੀ ਟਰਾਂਸਫਰ ਹੋਣੀ ਹੈ, ਤੁਹਾਨੂੰ ਘਰ ਘਾਟ ਜਾਇਦਾਦ ਸਭ ਕੁਝ ਛੱਡਣਾ ਪੈਂਦਾ ਹੈ। ਉਦੋਂ ਫਿਰ ਇੱਕ ਅਫਵਾਹਾਂ ਦਾ ਦੌਰ ਵੀ ਹੁੰਦਾ ਹੈ, ਫੌਜਾਂ ਵੀ ਵੱਡੀਆਂ ਜਾਂਦੀਆਂ ਨੇ, ਨਾ ਤੁਹਾਡੀ ਫੌਜ ਨਾ ਉਧਰਲੀ ਫੌਜ। ਜਿਹੜਾ ਐਡਾ ਵੱਡਾ ਬਲੰਡਰ ਵਾਲਾ ਡਿਸੀਜਨ ਸੀ ਨਾ, ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ, ਖਾਸ ਤੌਰ ਤੇ ਕੈਬਨਿਟ ਮਿਸ਼ਨ ਯੋਜਨਾ ਦੇ 6-7 ਪੁਆਇੰਟ ਸੀ, ਉਹਨਾਂ ਨੇ ਕਲੀਅਰ ਕੱਟ ਕਿਹਾ ਸੀ 7ਵੇਂ ਪੁਆਇੰਟ ਦੇ ਵਿੱਚ ਕਿ ਜੇ ਫੌਜਾਂ ਵੀ ਵੱਡੀਆਂ ਜਾਣਗੀਆਂ ਬਹੁਤ ਮਾਮਲਾ ਗੜਬੜ ਹੋ ਜਾਏਗਾ। ਘੱਟੋ ਘੱਟ ਇੱਕ ਕਨਫੈਡਰੇਟ ਟਾਈਪ ਕੰਟਰੀ ਬਣ ਸਕਦਾ ਹੈ, ਜਿੱਥੇ ਧਾਰਮਿਕ ਘੱਟ ਗਿਣਤੀ ਮੁਸਲਮ ਜਿਹਦੀ ਬਹੁ ਗਿਣਤੀ 'ਚ ਹੈ, 4 ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਦੇ ਰੱਖ ਕੇ ਤੁਸੀਂ ਇਹਨੂੰ ਬਣਾ ਲਓ, ਚਲਾ ਲਓ ਕਿਸੇ ਸੈਟਅਪ ਦੇ ਵਿੱਚ, ਅੰਡਰਸਟੈਂਡ ਕਰ ਲਓ ਉਸ ਮਾਮਲੇ 'ਚ। ਔਰ ਮੰਨੇ ਵੀ ਜਵਾਹਰ ਲਾਲ ਨਹਿਰੂ ਵੀ ਇੱਕ ਲੈਵਲ ਦੇ ਮੰਨੇ, ਤੇ ਮੁਹੰਮਦ ਅਲੀ ਜਿਨਾਹ ਵੀ ਬਾਅਦ 'ਚ। ਨਹਿਰੂ ਪਹਿਲਾਂ ਪਿੱਛੇ ਹਟੇ, ਜਿਨਾਹ ਨੇ ਉਦੋਂ ਬਾਅਦ ਡਾਇਰੈਕਟ ਐਕਸ਼ਨ ਦਾ ਸੱਦਾ ਦਿੱਤਾ। ਡਾਇਰੈਕਟ ਐਕਸ਼ਨ 'ਚੋਂ ਦੰਗੇ ਹੀ ਨਿਕਲ ਸਕਦੇ ਸੀ, ਹੋਰ ਕੁਝ ਨਹੀਂ ਸੀ ਨਿਕਲ ਸਕਦਾ। ਇਸੇ ਕਰਕੇ ਉਹ ਜਿਹੜਾ ਮਾਹੌਲ ਇੱਕ ਚੱਲਿਆ, ਫਿਰ ਉਹਦੇ 'ਚ ਸਿੱਖ ਲੀਡਰਸ਼ਿਪ ਵੀ ਵਹੀ, ਉਹਦੇ 'ਚ ਸਾਰੇ ਲੋਕ ਵਹੇ ਤੇ ਸਭ ਨੇ ਕਤਲੇਆਮ ਦੇ ਵਿੱਚ ਹਿੱਸਾ ਲਿਆ। ਔਰ ਬੇਸਿਕਲੀ ਜੇ ਦੇਖਿਆ ਜਾਵੇ ਤਾਂ 10 ਲੱਖ ਦੇ ਲਗਭਗ ਲੋਕਾਂ ਦੀ ਮੌਤ ਹੋਈ ਆ ਉਦੋਂ, ਔਰ 40 ਲੱਖ ਜ਼ਖਮੀ ਹੋਏ, 2.5 ਕਰੋੜ ਲੋਕਾਂ ਦੀ ਹਿਜਰਤ ਹੋਈ ਹੈ, ਇੱਧਰ ਉੱਧਰ ਹੋ ਗਏ। ਉਹ 'ਚੋਂ 10 ਲੱਖ 'ਚੋਂ 8 ਲੱਖ ਪੰਜਾਬੀ ਹੈ। ਡਿਵੀਜ਼ਨ ਹੀ ਪੰਜਾਬ ਦੀ ਹੋਈ ਹੈ ਤੇ ਬੰਗਾਲ ਦੀ ਹੋਈ ਹੈ। ਅਸਲ ਦੇ ਵਿੱਚ ਜਿਹੜਾ ਇਸਲਾਮ, ਉਹ ਥਿਉਰੀ ਆਟੋਮੈਟਿਕਲੀ ਫੇਲ ਹੋ ਜਾਂਦੀ ਹੈ। ਇਸਲਾਮਿਕ ਥਿਉਰੀ ਤਾਂ ਉੱਥੇ ਫੇਲ ਹੋਊਗੀ ਜਦੋਂ 71 'ਚ ਬੰਗਲਾਦੇਸ਼ ਨੇ ਐਜ ਏ ਬੰਗਾਲੀ ਪ੍ਰਾਈਡ, ਐਜ ਏ ਬੰਗਾਲੀ ਪਹਿਚਾਣ ਆਪਣੇ ਆਪ ਨੂੰ ਕੰਸੋਲੀਡੇਟ ਕਰ ਲਿਆ, ਤੇ ਉਹਨਾਂ ਨੇ ਕਿਹਾ ਤੁਹਾਡੇ ਨਾਲ ਅਸੀਂ ਰਹਿ ਨਹੀਂ ਸਕਦੇ, ਅਸੀਂ ਪਾਕਿਸਤਾਨੀ ਪੰਜਾਬੀਆਂ ਦੀ, ਉੱਥੇ ਤਾਂ ਪੰਜਾਬੀ ਡੋਮੀਨੇਟ ਕਰਦਾ ਨਾ, 2/3 ਹੈ ਪਾਕਿਸਤਾਨ ਦੇ ਵਿੱਚ,
ਔਰ ਜੋ ਜਾ ਕੇ ਉਹਨਾਂ ਦੀ ਫਜ਼ੀਅਤ ਕੀਤੀ ਇਹਨਾਂ ਨੇ ਮਿਲਟਰੀ ਬਹਿ ਕੇ ਜੀਨੋਸਾਈਡ ਟਾਈਪ, ਤਾਂ ਉਹ ਨਹੀਂ ਮੰਨਣ ਲਈ ਤਿਆਰ ਹੋਏ ਕਿ ਅਸੀਂ ਤੁਹਾਡੇ ਦਾਬੇ ਹੇਠ ਨਹੀਂ ਰਹਿ ਸਕਦੇ। ਇਸੇ ਲਈ ਡਾਇਵਰਸਿਟੀ ਦਾ ਕੁਐਸਚਨ ਹੁੰਦਾ, ਜਿਹਨੂੰ ਪਛਾਣਨਾ ਹੁੰਦਾ ਕਿ ਔਰ ਦੋ ਕੌਮਾਂ ਦੀ ਥਿਉਰੀ, ਜਿੱਥੇ ਧਰਮ ਨੂੰ ਕੌਮ ਸਵੀਕਾਰ ਕਰਕੇ ਜਦੋਂ ਹੋਇਆ, ਤਾਂ ਮਨੀਪੁਰ ਤੋਂ ਲੈ ਕੇ ਨੂਹ ਤੋਂ ਲੈ ਕੇ ਜਿੰਨੇ 84 ਤੋਂ ਲੈ ਕੇ ਗੁਜਰਾਤ ਤੱਕ ਦੇ ਜਿੰਨੇ ਕਾਰੇ ਹੋ ਰਹੇ ਨੇ, ਉਹ ਬੁਨਿਆਦ ਦੇ ਵਿੱਚ ਪਏ ਨੇ ਉੱਥੇ, ਜਿਹੜੇ 47 ਦੀ ਬੁਨਿਆਦ ਦੇ ਵਿੱਚ ਪਈਆਂ ਚੀਜ਼ਾਂ ਨੇ। ਇਸ ਕਰਕੇ ਉਹਨਾਂ ਚੀਜ਼ਾਂ ਨੂੰ ਦੇਖਣਾ ਸਮਝਣਾ ਬੇਹੱਦ ਜ਼ਰੂਰੀ ਹੁੰਦਾ। ਪਰ ਅਸੀਂ ਬਹੁਤ ਦੇਰੀ ਕੀਤੀ ਮੇਰੇ ਖਿਆਲ ਹੈ ਐਜ ਏ ਕਮਿਊਨਿਟੀ। ਜੇ ਦੇਰ ਆਏ ਦਰੁਸਤ ਆਏ, ਜੇਕਰ ਇਹ ਗੱਲ ਵੀ ਹੋਣ ਲੱਗੀ ਹੈ, ਅਕਾਲ ਤਖਤ ਸਾਹਿਬ ਤੇ ਇੱਕ ਅਰਦਾਸ ਹੋਣ ਲੱਗੀ ਹੈ ਕਿ ਜਿਹੜੇ ਅਨਸੰਗ, ਜਿਹੜੇ ਅਨਨੋਨ ਮਤਲਬ ਬੰਦੇ ਮਰ ਗਏ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਪੋਲੀਟੀਕਲ ਇੱਕ ਫੈਸਲੇ ਨੇ, ਇੱਕ ਕਲਮ ਨੇ, ਇੱਕ ਲਾਈਨ ਨੇ ਇੰਨੇ ਬੰਦੇ ਮਰਾਤੇ ਨੇ, ਘੱਟੋ ਘੱਟ ਤਾਂ ਇਹ ਦੋ ਦੇਸ਼ਾਂ ਦੀਆਂ ਪਾਰਲੀਮੈਂਟਾਂ 'ਚ ਵੀ ਬਣਦਾ ਸੀ ਸ਼ੋਕ ਮਤਾ, ਜੇ ਦਰੁਸਤੀਕਰਨ ਕਰਨੀ ਹੋਵੇ। ਪਾਕਿਸਤਾਨ ਤੇ ਭਾਰਤ ਦੋਨਾਂ ਦੀਆਂ ਪਾਰਲੀਮੈਂਟਾਂ 'ਚ ਵੀ ਅੱਜ ਤੱਕ ਮਤਾ ਨਹੀਂ ਪਿਆ। ਉਹ ਕਿਹਦੇ ਬੰਦੇ ਸੀ ਕਿਹਦੇ ਨਹੀਂ, ਹੈ ਤਾਂ ਤੁਹਾਡੇ ਹੀ ਸੀ, ਇਕੱਠੇ ਆਜ਼ਾਦੀ ਦੀ ਲੜਾਈ ਲੜੀ, ਸਾਰਾ ਕੁਝ ਲੜਿਆ। ਉਹ ਤਾਂ ਕਿਸੇ ਨਾ ਕਾਂਗਰਸੀ ਸੀ, ਨਾ ਅਕਾਲੀ ਸੀ, ਨਾ ਕੋਈ ਮਤਲਬ ਬਹੁਤ ਜ਼ਿਆਦਾ ਕੋਈ ਮੁਸਲਿਮ ਲੀਗੀ ਸੀ, ਸਾਰੇ ਸਾਂਝੇ ਬੰਦੇ ਸੀ। ਜਿਹਦੇ ਵੀ ਮਰ ਗਏ ਨਿਰਦੋਸ਼ ਤਾਂ ਘੱਟੋ ਘੱਟ ਇਹ ਤਾਂ ਕੀਤਾ ਜਾ ਸਕਦਾ ਸੀ ਇੱਕ, ਜੇ ਹੋਰ ਜ਼ਿਆਦਾ ਨਹੀਂ ਕਰਨਾ। ਦੂਜੀ ਗੱਲ, ਸਾਡਾ ਤਾਂ ਬਹੁਤ ਦਰੇਗ ਹੈ, ਅਸੀਂ ਤਾਂ ਰੋਜ਼ ਅਰਦਾਸ ਕਰਦੇ ਆ ਕਿ ਜਿਹੜੇ ਸਾਡਾ ਤਾਂ ਜਨਮ ਸਥਾਨ ਗੁਰੂ ਨਾਨਕ ਸਾਹਿਬ ਦਾ ਛੁੱਟ ਗਿਆ, ਬਾਕੀ ਸਾਰੇ ਦਰਸ਼ਨ ਦਿਦਾਰ ਹੋ ਗਏ ਨੇ। ਜਦੋਂ ਹਰ ਰੋਜ਼ ਅਰਦਾਸ ਕਰਦੇ ਸੀਗੇ ਉਸ ਸਾਰੇ ਮਾਮਲੇ 'ਚ, ਤਾਂ ਉਹ ਅਰਦਾਸ ਪ੍ਰੈਕਟੀਕਲ ਪੋਲੀਟੀਕਲ ਏਜੰਡੇ ਦਾ ਹਿੱਸਾ ਕਿਉਂ ਨਹੀਂ ਬਣ ਪਾਈ, ਜਾਂ ਸਾਡੇ ਬਾਕੀ ਏਜੰਡੇ ਦਾ ਹਿੱਸਾ ਕਿਉਂ ਨਹੀਂ ਬਣ ਪਾਈ ਕਿ ਉਹਦੇ ਤੇ ਥੋੜਾ ਜਿਹਾ ਜ਼ੋਰ ਵੀ ਲਾਉਣਾ ਹੁੰਦਾ। ਕਰਤਾਰਪੁਰ ਸਾਹਿਬ ਕੋਰੀਡੋਰ 550 ਸਾਲਾਂ ਤੇ ਖੁੱਲ ਗਿਆ, ਇੱਕ ਲੈਵਲ ਦੀ ਉਮੀਦ ਜ਼ਿਆਦਾ ਵੱਜੀ, ਤਾਂ ਉੱਥੇ ਅਸੀਂ ਉਹਨਾਂ ਦਾ ਸਾਂਭ ਸੰਭਾਲ ਦਾ ਤਾਂ ਕਹਿੰਦੇ ਰਹੇ ਸਾਨੂੰ ਦੇ ਦਿਓ। ਸਾਂਭ ਸੰਭਾਲ ਕਦੋਂ ਹੋਣੀ ਹੈ ਤੁਹਾਡੇ ਹੱਥ ਦੇ ਵਿੱਚ, ਜਾਂ ਤੁਹਾਨੂੰ ਕਦੋਂ ਮੌਕਾ ਦੇਗਾ ਕੋਈ, ਜੇ ਦੋ ਦੇਸ਼ਾਂ ਸੰਬੰਧ ਸੁਧਰਨਗੇ। ਦੋ ਦੇਸ਼ਾਂ ਸੰਬੰਧ ਕਦੋਂ ਸੁਧਰਨਗੇ? ਜੇ ਤੁਸੀਂ ਪੰਜਾਬੀ ਪਛਾਣ ਦੇ ਤੌਰ ਤੇ ਆਪਣੇ ਆਪ ਨੂੰ ਇਕਸੁਰ ਕਰੋਗੇ। ਬੋਲੀ ਦਾ, ਹਿਸਟਰੀ ਦਾ, ਸੱਭਿਆਚਾਰ ਦਾ ਬਹੁਤ ਬੜਾ ਰੋਲ ਹੁੰਦਾ ਹੈ ਦੇਸ਼ਾਂ ਨੂੰ ਆਪਸ ਦੇ ਵਿੱਚ ਇਕੱਠਾ ਕਰਨ ਦੇ ਵਿੱਚ ਵੀ, ਬਾਕੀ ਚੀਜ਼ਾਂ ਦੇ ਵਿੱਚ ਵੀ। ਔਰ ਸਾਡੇ ਪੰਜਾਬ 'ਚ ਤਾਂ ਅਜੇ ਵੀ ਜਿੰਨੇ ਚੀਫ ਮਿਨਿਸਟਰ ਆਉਂਦੇ ਨੇ, ਜਿਹੜੇ ਰਿਲੀਜੀਅਸ ਲੀਡਰ, ਉਹ ਡਰੋਨ ਸਿਸਟਮ ਫਲਾਨਾ, ਅਸੀਂ ਤਾਂ ਤਾਰਾਂ ਲਵਾਉਣ ਨੂੰ ਤਰਜੀਹ ਦੇ ਰਹੇ ਹਾਂ। ਅਸੀਂ ਦੋਸਤਾਨਾ ਪ੍ਰਬੰਧ ਵੱਲ ਤਾਂ ਜਾ ਹੀ ਨਹੀਂ ਰਹੇ। ਜਰਮਨ ਸਾਡੇ ਤੋਂ ਜ਼ਿਆਦਾ ਸਿਆਣੇ ਨਹੀਂ ਸੀ, ਅਗਲੇ ਨੇ ਚੱਕ ਕੇ ਵੱਡੀ ਮੂਵਮੈਂਟ ਬਣਾਈ, ਆਪ ਤੋੜਤੀ ਕੰਧ ਚੱਕ ਕੇ। ਤੇ ਅਸੀਂ ਉਹ ਸਿਆਸਤ ਵਾਲਾ ਪਾਸਾ, ਜਿਹੜੀ ਪੋਲਿਟਿਕਸ ਆਫ ਪੀਸ ਹੁੰਦੀ ਹੈ, ਮੁੜ ਕੇ ਇਤਿਹਾਸ ਦੀਆਂ ਹੋਈਆਂ ਗਲਤੀਆਂ ਨੂੰ ਜਾਪਾਨ ਮਾਫੀ ਮੰਗ ਸਕਦਾ ਹੈ ਸੈਕੰਡ ਵਰਲਡ ਵਾਰ ਦੇ ਵਿੱਚ, ਸਾਡੇ ਹੋਰ ਲੋਕ ਮਾਫੀ ਮੰਗਦੇ ਨੇ। ਅਸੀਂ ਉਹ ਕੈਨੇਡਾ ਦੇ ਵਿੱਚ ਮਾਫੀ ਮੰਗਾਈ ਕੈਨੇਡੀਅਨ ਗਵਰਨਮੈਂਟ ਤੋਂ ਕਿ ਸਾਡੇ ਗਦਰੀਆਂ ਨਾਲ ਤੋਂ ਬਿਹੇਵ ਠੀਕ ਨਹੀਂ ਕੀਤਾ, ਬਾਕੀ ਦੀਆਂ ਚੀਜ਼ਾਂ ਨੇ। ਤਾਂ ਇੱਥੇ ਵੀ ਮੇਰੇ ਖਿਆਲ ਗਵਰਨਮੈਂਟਾਂ ਤੇ ਪ੍ਰੈਸ਼ਰ ਪੈਣਾ ਚਾਹੀਦਾ ਕਿ ਤੁਹਾਨੂੰ ਵੀ ਮਾਫੀ ਮੰਗ ਲੈ। ਤੁਹਾਡੀਆਂ ਪੀੜ੍ਹੀਆਂ ਸੀ, ਉਹ ਸਾਡੀਆਂ ਪੀੜ੍ਹੀਆਂ ਦੇ ਹੁਕਮਰਾਨ ਸੀ ਜਿਹੜੇ ਇਕੱਠਾ ਨਹੀਂ ਰੱਖ ਸਕੇ, ਜਿਨ੍ਹਾਂ ਨੇ ਲਾਈਨ ਬਾਹਤੀ, ਫਿਰ ਕੋਈ ਇਹਦਾ ਅਰੇਂਜਮੈਂਟ ਨਹੀਂ ਕੀਤਾ। ਲਾਈਨ ਬਾਹਰ ਦਾ ਮਤਲਬ ਨਾਲ ਇਹ ਵੀ ਹੁੰਦਾ ਕਿ ਸੁਰੱਖਿਆ ਟ੍ਰਾਂਸਫਰਮੇਸ਼ਨ ਕਿਵੇਂ ਹੋ ਜੇ ਹੋ ਹੀ ਗਈ ਸੀ ਕਿਸੇ ਮਾਮਲੇ ਦੇ ਵਿੱਚ, ਲੋਕਾਂ ਨੂੰ ਆਪਦੇ ਹਾਲ ਤੇ ਛੱਡਤਾ, ਜਿੰਨੇ ਮਰ ਗਏ, ਜਿੰਨੇ ਆ ਗਏ। ਬਹੁਤ ਬੜਾ ਦੁਖਾਂਤ ਹੈ ਇਤਿਹਾਸ ਦਾ ਇਹ। ਔਰ ਇੱਕ ਚੰਗੀ ਗੱਲ ਹੋਈ ਹੈ, ਸ਼ਾਇਦ ਅਗਲੇ ਵਾਰ ਕੇਵਲ ਪਛਤਾਵਾ ਦਿਵਸ ਦੇ ਤੌਰ ਤੇ ਨਾ ਰਹਿ ਜੇ, ਇਹ ਪਛਤਾਵਾ ਹੋਣਾ ਚੰਗੀ ਗੱਲ ਹੁੰਦੀ ਹੈ, ਆਪਦਾ ਸੁਧੀਕਰਨ ਹੁੰਦਾ ਹੈ, ਪਰ ਇਹਨੂੰ ਅੱਗੇ ਨੂੰ ਉਹਦੀ ਦਰੁਸਤੀ ਕਰਨ ਦੇ ਲਈ ਇਹ ਇਕਨੋਮਿਕ, ਪੋਲੀਟੀਕਲ ਤੇ ਸੋਸ਼ਲ ਏਜੰਡੇ ਦੀ ਵੀ ਲੋੜ ਪੈਂਦੀ ਹੈ, ਜਿੱਧਰ ਨੂੰ ਤੁਰਨਾ ਪੈਣਾ ਮੇਰੇ ਖਿਆਲ ਹੈ। ਜੇ ਤੁਰਨ ਤੇ ਜਥੇਦਾਰ ਸਾਹਿਬ ਵੀ ਅਗਵਾਈ ਕਰਨ, ਸ਼੍ਰੋਮਣੀ ਕਮੇਟੀ ਵੀ ਕਰੇ, ਤਾਂ ਪੰਜਾਬ ਦੇ ਖਿੱਤੇ ਲਈ ਤੇ ਬਾਕੀ ਦੇ ਖਿੱਤੇ ਦੇ ਫਿਊਚਰ ਦੇ ਲਈ ਇਹ ਬਹੁਤ ਵਧੀਆ ਇੱਕ ਮੇਰੇ ਖਿਆਲ ਹੈ ਇੱਕ ਗੱਲ ਹੋਏਗੀ, ਕਦਮ ਹੋਏਗਾ। ਸਰਦਾਰ ਜਗਤਾਰ ਸਿੰਘ ਜੀ, ਮੈਨੂੰ ਹੈਰਾਨੀ ਹੁੰਦੀ ਹੈ ਕਈ ਵਾਰੀ ਕਿ ਜਿਹੜੀ ਕੌਮ ਮਜਲੂਮਾਂ ਲਈ ਖੜਦੀ ਹੈ, ਕਈ ਵਾਰੀ ਆਪਣੇ ਵੱਲ ਜ਼ਿਆਦਾ ਧਿਆਨ ਆ ਜਾਂਦਾ ਹੈ, ਤਾਂ ਉਦੋਂ ਥੋੜਾ ਜਿਹਾ ਤਕਲੀਫ ਵੱਧ ਜਾਂਦੀ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਦੋਂ ਉਹਨਾਂ ਦੀ ਕੀ ਭੂਮਿਕਾ ਸੀਗੀ? ਕੀ ਉਹਨਾਂ ਨੇ ਮਜਲੂਮਾਂ ਨੂੰ ਬਚਾਉਣ ਲਈ ਕੋਈ ਖਾ ਦਾ ਨਾਅਰਾ ਮਾਰਿਆ? ਨੰਬਰ 1, ਕੀ ਸਾਡੀ ਅਕਾਲੀ ਲੀਡਰਸ਼ਿਪ ਉਸ ਵੇਲੇ ਪ੍ਰਸੰਗਿਕ ਸੀ ਕਿ ਉਹ ਆਪਣੇ ਲੋਕਾਂ ਨੂੰ ਮੋਬਿਲਾਈਜ਼ ਨਹੀਂ ਕਰ ਸਕੀ ਕਿ ਅਸੀਂ ਇਸ ਕਤਲੋਗਾਰਤ ਤੋਂ ਬਚੀਏ? ਇੱਕ ਜਗ੍ਹਾ ਤਾਂ ਕੋਈ ਅਪੁਸ਼ਟ ਜਿਹਾ ਜ਼ਿਕਰ ਆਉਂਦਾ, ਤੁਸੀਂ ਇਹਨੂੰ ਪੁਖਤਾ ਕਰੋ ਜਾਂ ਇਹਨੂੰ ਹਾਂ ਜਾਂ ਨਾ ਚ ਦੱਸਿਓ, ਕਿ ਕੋਈ ਅਕਾਲੀ ਲੀਡਰ ਉਸ ਵੇਲੇ ਜਲੂਸ ਦੀ ਸ਼ਕਲ 'ਚ, ਜਿਹੜੀਆਂ ਪਰਾਈਆਂ ਔਰਤਾਂ ਦੇ ਮਾਮਲੇ 'ਚ ਸੀ, ਨਗੇਜ ਦੇ ਮਾਮਲੇ 'ਚ ਉਹ ਵੀ ਜ਼ਿਕਰ ਆਉਂਦਾ ਰਿਹਾ ਕਿ ਤੁਸੀਂ ਜਲੂਸ ਕੱਢੇ, ਜੇਤੂ ਜਲੂਸ ਕੱਢਿਆ, ਤੁਸੀਂ ਬੇਪਤੀ ਜਿੱਥੇ ਜਿੱਥੇ ਹੋਈ ਸੀ ਉਹਦੀ ਪੁਸ਼ਤ ਪਨਾਹੀ ਕੀਤੀ ਹੈ। ਸਾਡੇ ਬੰਦੇ ਜਿਹੜੇ ਦਾਅਵੇਦਾਰ ਰਹੇ ਹਮੇਸ਼ਾ ਅਣਖਾਂ ਦੇ, ਇੱਜ਼ਤਾਂ ਦੇ, ਉਹਨਾਂ ਦੇ ਹੁੰਦਿਆਂ ਇਹ ਸਭ ਵਾਪਰਦਾ ਰਿਹਾ, ਤੇ ਉਸ ਤੋਂ ਬਾਅਦ ਇਤਿਹਾਸ ਕੀ ਕਹਿੰਦਾ ਇਹਦੇ ਬਾਰੇ? ਸੋ ਇਹ ਜ਼ਰੂਰ ਜ਼ਰਾ, ਕਿਉਂਕਿ ਕਿਤੇ ਕਿਤੇ ਇੰਝ ਲੱਗਦਾ ਹੈ ਕਿ ਜਿਹੜੀ ਲੀਡਰਸ਼ਿਪ
ਸਿੱਖਾਂ ਤੋਂ ਪਰੇ ਦੀ ਆ, ਪੰਜਾਬੀਆਂ ਤੋਂ ਪਰੇ ਦੀ ਆ, ਉਹ ਜ਼ਿੰਮੇਵਾਰੀ ਨਾਲ ਵਿਚਰੀ ਆ ਕਈ ਜਗ੍ਹਾ ਤੇ। ਅੱਜ ਵੀ ਸਰਦਾਰ ਹਮੀਰ ਸਿੰਘ ਜੀ ਗੈਰ ਰਸਮੀ ਗੱਲਬਾਤ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਕਿ ਫੈਡਰਲ ਸਟਰਕਚਰ ਦੀ ਲੜਾਈ ਪੰਜਾਬ ਤੋਂ ਸ਼ੁਰੂ ਹੁੰਦੀ ਆ। ਹੁਣ ਸਟਾਲਨ ਤਮਿਲਨਾਡੂ ਦੇ ਵਿੱਚ ਲੜ ਰਹੇ ਆ, ਹੋਰ ਸਟੇਟਾਂ ਦੇ ਵਿੱਚ ਉੱਥੋਂ ਦੀਆਂ ਖੇਤਰੀ ਪਾਰਟੀਆਂ ਦੇ ਆਗੂ ਲੜ ਰਹੇ ਆ। ਉਹਨਾਂ ਨੇ ਆਪਣੇ ਲੋਕਾਂ ਨਾਲ ਇਹ ਕਮਿਟਮੈਂਟ ਜ਼ਾਹਰ ਕਰਤੀ ਹੈ ਕਿ ਅਸੀਂ ਲੜਾਂਗੇ, ਔਰ ਦੇਸ਼ ਦੀ ਲੜਾਈ ਇਧਰੋਂ ਉਧਰ ਸ਼ਿਫਟ ਹੋ ਗਈ ਆ। ਸੋ ਮੈਨੂੰ ਜ਼ਰੂਰ ਤੁਹਾਡੇ ਤੋਂ ਸਮਝਣਾ ਹੈ ਕਿ ਦਰਅਸਲ ਲੀਡਰਸ਼ਿਪ ਦਾ ਸੰਕਟ ਅੱਜ ਹੀ ਹੈ ਕਿ ਉਦੋਂ ਵੀ ਸੀ, ਕਿਉਂਕਿ ਦੌਰ ਉਹ ਵੀ ਮਾੜਾ ਸੀ ਔਰ ਉਹਦੇ ਵਿੱਚ ਕੁਕਰਮ ਵੀ ਹੋਏ ਨੇ, ਦਾ ਮਤਲਬ ਖੜਾ ਉਦੋਂ ਵੀ ਸੀ। ਹਿਸਟਰੀ 5 ਮਿੰਟ ਦੇ ਵਿੱਚ ਉਸ ਵੇਲੇ ਜੋ ਡਿਸਕਸ ਨਹੀਂ ਹੋ ਸਕਦੀ, ਉਹ ਇੱਕ ਸਿਚੁਏਸ਼ਨ ਡਿਵੈਲਪ ਹੁੰਦਿਆਂ ਬੜੇ ਸਾਲ ਲੱਗੇ ਸੀਗੇ। ਇਤਿਹਾਸ ਦੇ ਵਿੱਚ ਕਿੰਨੀਆਂ ਗਲਤੀਆਂ ਕੀਤੀਆਂ, ਕੌਣ ਗੁਨਾਹਗਾਰ ਹੈ, ਕੌਣ ਜ਼ਿੰਮੇਦਾਰ ਹੈ, ਇਹ ਹੁਣ ਤੱਕ ਅਸੈਸਮੈਂਟ ਉਸ ਪੀਰੀਅਡ ਦੀ ਚੱਲ ਰਹੀ ਹੈ। ਜਿੰਨਾ ਕੁ ਪਾਰਟੀਸ਼ਨ ਦਾ ਕੰਮ ਹੋਇਆ ਸਾਡੇ ਬਹੁਤ ਬਾਅਦ ਦੇ ਵਿੱਚ ਹੋਇਆ। ਮੈਂ ਲਾਸਟ ਜਿਹੜੀ ਕੋਈ ਕਿਤਾਬ ਚੰਗੀ ਪੜ੍ਹੀ ਹੈ, ਇਹ ਨਰਿੰਦਰ ਸਿੰਘ ਸਰੀਲਾ ਦੀ, ਤੇ ਉਹ ਸੈਕਟਰੀ ਟੂ ਮਾਊਂਟਬੈਟਨ ਸੀ 47 ਦੇ ਵਿੱਚ, ICS ਅਫਸਰ ਸੀ, ਬਾਅਦ ਦੇ ਵਿੱਚ ਵੀ ਉਹ ਕੰਮ ਕਰਦੇ ਰਹੇ। ਤੇ ਜਿਹੜਾ ਰਿਕਾਰਡ ਬਾਅਦ ਡੀਕਲਾਸੀਫਾਈ ਹੋਇਆ ਜਾਂ ਲੰਡਨ ਦੇ ਵਿੱਚ, ਰਿਕਾਰਡ ਸਾਰਾ ਲੰਡਨ ਦੇ ਵਿੱਚ ਹੈ। ਸਾਡੀ ਸਮੱਸਿਆ ਇਹ ਹੈ ਰਿਸਰਚ ਵਾਲਿਆਂ ਦੀ, ਉਹ ਲੇਟੈਸਟ ਉਹਨਾਂ ਨੇ ਖਾਸ ਕਰਕੇ ਕਸ਼ਮੀਰ ਦੇ ਕੰਟੈਕਸਟ ਦੇ ਵਿੱਚ, ਪੰਜਾਬ ਦੇ ਕੰਟੈਕਸਟ ਬਹੁਤ ਵਧੀਆ ਡਾਕੂਮੈਂਟਡ ਕੰਮ ਕੀਤਾ। ਕਿਸੇ ਕਸੂਰ ਕੱਢਣ ਦੀ ਗੱਲ ਨਹੀਂ ਉਹਦੇ ਵਿੱਚ ਕਿਸੇ ਦੀ ਵੀ, ਲੇਕਿਨ ਇਤਿਹਾਸਕ ਕੁਝ ਤੱਤ ਹੈਗੇ ਆ। ਪਹਿਲੀ ਗੱਲ, ਪਾਕਿਸਤਾਨ ਸਿੱਖਾਂ ਦੀ ਜਨਮ ਭੂਮੀ ਹੈ। ਇਹ ਜਿਹੜੀ ਵੰਡ ਹੈ ਇਹ 3 ਮੁਲਕਾਂ ਨਾਲ ਸੰਬੰਧਿਤ ਹੈ, ਹਿੰਦੁਸਤਾਨ, ਪਾਕਿਸਤਾਨ ਤੇ ਤੀਸਰਾ ਬੰਗਲਾਦੇਸ਼। ਮੈਂ ਭਾਰਤ ਲਫ਼ਜ਼ ਯੂਜ਼ ਕਰ ਲੈਣਾ ਇਸ ਵੇਲੇ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਉਸ ਖਿੱਤੇ ਚੋਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅਲਟੀਮੇਟਲੀ 3 ਮੁਲਕ ਇਹ ਬਣੇ। ਸੋ ਤਿੰਨਾਂ ਨਾਲ ਇਹ ਸੰਬੰਧਿਤ ਹੈ ਜਿਹੜਾ ਇਹ ਵਰਤਾਰਾ ਸਾਰਾ ਹੈਗਾ। ਸਿੱਖਾਂ ਦੀ ਗੱਲ ਜਿਹੜੀ ਹੈਗੀ ਹੈ ਇਹ ਲਗਾਤਾਰ ਚੱਲਦੀ ਰਹੀ। ਸਿੱਖਾਂ ਨੂੰ ਤਾਂ ਸਮਝ 1883-84 ਚ ਆਈ ਜਦੋਂ ਲੋਕਲ ਬਾਡੀ ਦੀ ਇਲੈਕਸ਼ਨ ਹੋਈ ਕਿ ਜਿਹੜੇ ਅਸੀਂ ਪੰਜਾਬ ਤੇ ਰਾਜ, ਸਾਡਾ ਐਡਾ ਵੱਡਾ ਰਾਜ ਸੀ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਦਾ, ਇੱਕ ਪਾਸੇ ਤਿੱਬਤ ਸੀ ਤੇ ਦੂਜੇ ਪਾਸੇ ਅਟਕ ਸੀ, ਤੇ ਹੁਣ ਸਾਡੀ ਪੋਲੀਟੀਕਲ ਬਾਰਗੇਨਿੰਗ ਪਾਵਰ ਕੀ ਹੈ। ਜਦੋਂ ਪਹਿਲੀ ਲੋਕਲ ਬਾਡੀ ਇਲੈਕਸ਼ਨ ਹੋਈ ਸੀ ਤੇ ਇੱਕ ਸਿਰਫ ਤਰਨਤਾਰਨ ਸੀ ਜਿੱਥੇ ਸਿੱਖਾਂ ਦੀ ਮੈਜੋਰਿਟੀ ਆਈ ਸੀਗੀ, ਉਦੋਂ ਸਮਝ ਆਈ ਕਿ ਹੁਣ ਜਿਹੜਾ ਨੈਰੇਟਿਵ ਹੈ ਹੁਣ ਕਿਸ ਢੰਗ ਨਾਲ ਬਿਲਡ ਕੀਤਾ ਜਾ ਸਕਦਾ ਹੈ। ਜਦੋਂ ਵੋਟ ਦੀ ਗੱਲ ਆ ਗਈ, ਉਹ ਸਾਰੀ ਸਿਚੁਏਸ਼ਨ ਹੀ ਚੇਂਜ ਹੋ ਗਈ। ਇਹ ਚੇਂਜ ਹੁੰਦੀ ਅਲਟੀਮੇਟਲੀ ਤੁਹਾਡੀਆਂ 2 ਤਹਿਸੀਲਾਂ ਸੀਗੀਆਂ ਸਿੱਖ ਡੋਮੀਨੇਟਡ, ਤਰਨਤਾਰਨ ਤੇ ਜਗਰਾਉਂ। ਬਾਕੀ ਤਾਂ ਸਿੱਖ ਤੇ ਮੈਜੋਰਿਟੀ ਹੈ ਨਹੀਂ ਸੀਗੀ, ਇਸ ਕਰਕੇ ਜਿਹੜੀ ਸਿੱਖਾਂ ਦੀ ਬਾਰਗੇਨਿੰਗ ਪਾਵਰ ਸੀ ਹੌਲੀ ਹੌਲੀ ਉਹ ਰਿਡਿਊਸ ਹੁੰਦੀ ਚਲੀ ਗਈ। ਜਦਕਿ ਸਿੱਖਾਂ ਨੂੰ ਤੀਸਰੀ ਧਿਰ ਬਰਾਬਰ ਅੰਗਰੇਜ਼ਾਂ ਨੇ ਰੱਖਿਆ ਗੱਲਬਾਤ ਦੇ ਉੱਤੇ ਆ ਕੇ। ਲੇਕਿਨ ਜਦੋਂ ਫਾਈਨਲ ਗੱਲ ਹੁੰਦੀ ਸੀਗੀ ਵੀ ਤੁਹਾਨੂੰ ਕਿਸ ਬੇਸ ਤੇ ਤੁਹਾਡੀ ਬਾਰਗੇਨਿੰਗ ਕਰੀਏ, ਉਹ ਪੋਜੀਸ਼ਨ ਹੈ ਨਹੀਂ ਸੀਗੀ। ਤੇ ਜਿਹੜੀ ਵਾਇਲੈਂਸ ਦੀ ਗੱਲ ਹੈਗੀ, ਤੁਸੀਂ ਗੱਲ ਕੀਤੀ ਹੈ ਵੀ ਸਿੱਖ ਫਿਲਾਸਫੀ ਕੀ ਕਹਿੰਦੀ ਹੈ। ਸਿੱਖ ਫਿਲਾਸਫੀ ਤਾਂ ਫਿਰ ਜਦੋਂ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਉਹ ਸਿੱਖ ਫਿਲਾਸਫੀ ਕੀ ਕਹਿੰਦੀ, ਬਦਲਾ ਲਿਆ ਸੀ ਕਿ ਨਹੀਂ ਉਹਨਾਂ ਨੇ, ਗੁਰੂ ਗੋਬਿੰਦ ਸਿੰਘ ਨੇ ਭੇਜਿਆ ਸੀਗਾ। ਸੋ ਇਹ ਵਾਇਲੈਂਸ ਦੀ ਆਪਣੀ ਇੱਕ ਡੈਫੀਨੇਸ਼ਨ ਹੈ ਵੀ ਕਿਸ ਢੰਗ ਨਾਲ ਤੁਸੀਂ ਕਿਵੇਂ ਹਥਿਆਰ ਚੱਕਣੇ ਹੈ, ਉਹ ਸਾਰਾ ਆਪਣੇ ਸਿੱਖ ਫਿਲਾਸਫੀ ਦੇ ਵਿੱਚ ਵੀ ਐਕਸਪਲੇਨਡ ਹੈ। 1946 ਦੇ ਵਿੱਚ ਪਹਿਲੇ ਵਾਇਲੈਂਸ ਸ਼ੁਰੂ ਹੁੰਦੀ ਹੈ ਦਸੰਬਰ 'ਚ, ਹਜ਼ਾਰਾ ਏਰੀਆ ਤੁਹਾਡੇ ਫਰੰਟੀਅਰ ਦੇ ਨਾਲ ਲੱਗਦੇ ਏਰੀਆ, ਉੱਥੋਂ ਚੱਲਦੀ ਫਿਰ ਰਾਵਲਪਿੰਡੀ, ਮਾਰਚ ਦੇ ਵਿੱਚ ਆ ਕੇ ਰਾਵਲਪਿੰਡੀ ਦੇ ਵਿੱਚ ਬਹੁਤ ਮਾੜਾ ਹਾਲ ਹੋਇਆ ਸੀਗਾ ਸਿੱਖਾਂ ਦਾ। ਘੱਟ ਵੱਧ ਆਪਾਂ 47 ਦੇ ਹੱਲਿਆਂ ਦੀ ਗੱਲ ਕੀਤੀ, ਲਫ਼ਜ਼ ਹੱਲੇ ਵਰਤਿਆ ਜਾਂਦਾ ਪੰਜਾਬ ਦੇ ਵਿੱਚ, ਪਾਰਟੀਸ਼ਨ ਜਾਂ ਹੱਲੇ। ਅਸੀਂ ਆਜ਼ਾਦੀ ਨਹੀਂ ਵਰਤਦੇ, ਸਾਡੇ 2 ਲਫ਼ਜ਼ ਹੈ, ਵੰਡ ਤੇ ਹੱਲੇ। ਆਜ਼ਾਦੀ ਸਾਡੇ ਵਾਸਤੇ ਨਹੀਂ ਹੈ ਲਫ਼ਜ਼ ਦੀ ਕਨੋਟੇਸ਼ਨ, ਹੋ ਕਿਉਂਕਿ ਸਫ਼ਰ ਅਸੀਂ ਕੀਤਾ ਸਭ ਤੋਂ ਜ਼ਿਆਦਾ, ਜਾਂ ਬੰਗਾਲੀਆਂ ਨੇ ਉਸ ਤੋਂ ਬਾਅਦ ਕੀਤਾ ਹੈ। ਸਿੱਖਾਂ ਨੇ ਆਪਣੀ ਜਨਮ ਭੂਮੀ ਗਵਾਈ ਹੈ। ਇਸੇ ਕਰਕੇ ਸਿੱਖਾਂ ਤੇ ਅੱਜ ਵੀ ਸ਼ੱਕ ਕੀਤਾ ਜਾਂਦਾ ਹੈ, ਜਿਹੜਾ ਉਹ ਰਿਸ਼ਤਾ ਸਿੱਖਾਂ ਦਾ ਹੈਗਾ। ਜਦੋਂ ਅਸੀਂ 47 ਤੋਂ ਬਾਅਦ ਸਿੱਖ ਨੈਰੇਟਿਵ ਸਟੱਡੀ ਕਰਦੇ ਹਾਂ ਕਿ ਕਿਵੇਂ ਨਾਲ ਦੀ ਨਾਲ ਹੀ ਸਿੱਖਾਂ ਨੂੰ ਸ਼ੱਕ ਦੇ ਨਿਗਾਹ ਨਾਲ ਦੇਖਿਆ ਜਾਣ ਲੱਗ ਪਿਆ ਸੀ
ਮਾਸਟਰ ਤਾਰਾ ਸਿੰਘ ਤੇ ਇਲਜ਼ਾਮ ਲੱਗਣ ਲੱਗ ਪਿਆ ਸੀ ਇਹ ਦੇਸ਼ ਧਰੋਹੀ ਹੈ, ਪਾਕਿਸਤਾਨ ਮਿਲੇ ਹੋਏ। ਰਿਕਾਰਡ ਦਾ ਪਾਰਟ ਹੈ ਸਾਰਾ। ਇਸੇ ਕਰਕੇ ਪੰਜਾਬ ਨੂੰ ਪੰਜਾਬੀ ਸੂਬਾ ਡਿਨਾਈ ਕੀਤਾ ਗਿਆ ਸੀ 53 ਦੇ ਵਿੱਚ, ਜਦੋਂ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਣੇ। ਕੁਝ ਬੈਕਗਰਾਉਂਡ ਹੈਗੇ ਸਾਰੀ ਗੱਲ ਤੇ ਆ ਕੇ। ਗੱਲ ਵਾਇਲੈਂਸ ਦੀ 47 ਤੱਕ ਦੀ ਹੈ। ਜਦੋਂ ਵਾਇਲੈਂਸ ਇੰਨੀ ਵੱਧ ਗਈ ਤੇ ਉਦੋਂ ਤਾਂ ਕਿਸੇ ਕੋਲੇ ਕੋਈ ਚਾਰਾ ਹੈ ਹੀ ਨਹੀਂ ਸੀ ਕਿ ਉਹਨੂੰ, ਜਦੋਂ ਖਾਸ ਕਰਕੇ ਜਦੋਂ ਔਰਤਾਂ ਨੇ ਖੂਹ ਛਾਲਾਂ ਮਾਰੀਆਂ ਬੜ ਖਾਲਸਾ ਪਿੰਡ ਦੇ ਵਿੱਚ, ਅਟਕ ਦੇ ਜ਼ਿਲ੍ਹੇ ਦੇ ਵਿੱਚ, ਉਹ ਮਾਰਚ ਦੀ ਗੱਲ ਹੈ। ਸੋ ਇਹ ਨਹੀਂ ਕਿ 47 ਦੇ ਵਿੱਚ ਅਗਸਤ ਦੇ ਵਾਇਲੈਂਸ ਸ਼ੁਰੂ ਹੋਈ ਹੈ, ਉਹਦਾ ਕਈ ਮਹੀਨੇ ਪਹਿਲਾਂ ਵਾਇਲੈਂਸ ਸ਼ੁਰੂ ਹੋ ਗਈ ਸੀ। ਉਹ ਚਲਦੇ 47 ਚ ਵੱਧ ਗਈ। ਮਾਰਚ ਵਿੱਚ 3 ਵਾਰ ਮੁਸਲਮਾਨਾਂ ਨੇ ਅੰਮ੍ਰਿਤਸਰ ਦੇ ਆਣੇ 3 ਦਿਨ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਰਿਕਾਰਡ ਦਾ ਪਾਰਟ ਹੈ। ਉਹਦੇ ਵਿੱਚ ਸਿੱਖਾਂ ਨੇ ਹਥਿਆਰਬੰਦ ਹੋ ਕੇ ਲੜਾਈ ਲੜੀ। ਉੱਥੇ ਉਦਮ ਸਿੰਘ ਨਾਗੋਕੇ, ਮਾਸਟਰ ਤਾਰਾ ਸਿੰਘ, ਇਹਨਾਂ ਨੇ ਵਲੰਟੀਅਰ ਫੋਰਸ ਬਣਾਈ। ਜਦ ਕਿ ਇਹ ਅਟੈਕ ਕੀਤਾ ਜਾਂਦਾ, ਜਿਹੜੀ ਗੱਲ ਤੁਸੀਂ ਕੀਤੀ ਵੇਮਨ ਦੀ, ਉਹ ਜਾਤੀਆਂ ਸਾਰੀਆਂ ਹੁੰਦੀਆਂ ਫਿਰ ਜਦੋਂ ਵਾਇਰਸ ਹੁੰਦੀ ਹੈ। ਮੈਂ ਜਸਟੀਫਾਈ ਨਹੀਂ ਕਰ ਰਿਹਾ ਕਿਸੇ ਗੱਲ ਨੂੰ ਵੀ, ਲੇਕਿਨ ਹੁਣ ਇੱਕ ਸੈਕਸ਼ਨ ਇਹ ਵੀ ਕਹਿੰਦਾ ਹੈ ਕਿ ਇਹ ਅਕਾਲੀਆਂ ਨੇ ਜੀ ਦੇਖੋ ਜੀ ਮੁਸਲਮਾਨ ਵੱਡੇ। ਵਲੰਟੀਅਰ ਫੋਰਸ ਜਥੇਦਾਰ ਉਦੋਂ ਸਿੰਘ ਨਾਗੋਕੇ ਵਰਦੀਧਾਰੀ, ਉਹਨਾਂ ਦੀ ਫੋਟੋਆਂ ਹੈਗੀਆਂ, ਮਾਸਟਰ ਤਾਰਾ ਸਿੰਘ ਦੀ ਹੈਗੀਆਂ, ਸਾਰੀਆਂ ਰਿਕਾਰਡ ਦਾ ਪਾਰਟ ਆ ਸਾਰਾ। ਉਹ ਸਾਰਾ ਕੁਝ ਉਸ ਵੇਲੇ ਹੋਇਆ ਜਦੋਂ ਮਾਰਚ ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਸ਼ਰੀਫਪੁਰਾ ਏਰੀਆ ਦੇ ਜਿਹੜਾ ਇਹ ਮੁਸਲਿਮ ਏਰੀਆ ਸੀ ਅੰਮ੍ਰਿਤਸਰ ਦਾ ਸਾਰਾ, ਇੱਥੋਂ ਮੁਸਲਮਾਨ ਤੁਰੇ ਸੀਗੇ। ਪਹਿਲਾਂ ਗੱਡੀ ਰੋਕੀ, ਉਹਦੇ ਚ ਕੱਟ ਵੱਢ ਕੀਤੀ, ਉਸ ਤੋਂ ਬਾਅਦ ਦਰਬਾਰ ਸਾਹਿਬ ਨੂੰ ਵਧੇ ਸੀ। ਰਿਕਾਰਡ ਇਹ ਕਹਿੰਦਾ। ਸੋ ਜਦੋਂ ਇਹ ਸਿਚੁਏਸ਼ਨ ਬਣ ਜਾਏ ਫਿਰ ਇਹ ਮੁਕਾਬਲਾ ਕਰਨਾ ਹੁੰਦਾ ਹੈ, ਤੇ ਮੁਕਾਬਲਾ ਹੋਇਆ। ਇਸੇ ਕਰਕੇ 1948 ਦੇ ਵਿੱਚ ਜਥੇਦਾਰ ਅਕਾਲ ਤਖਤ ਇੱਕ ਹੁਕਮਨਾਮਾ ਇਸ਼ੂ ਕਰਦੇ ਕਿ ਸਿੱਖਾਂ ਨੂੰ ਫੌਜੀ ਟ੍ਰੇਨਿੰਗ ਦੇਣੀ ਦੀ ਲੋੜ ਹੈਗੀ ਹੈ ਤਾਂ ਕਿ ਇਹਨਾਂ ਸਿਚੁਏਸ਼ਨ ਦਾ ਮੁਕਾਬਲਾ ਕਰ ਸਕਣ। ਸੋ ਇਹ ਲੰਬਾ ਇਤਿਹਾਸ ਹੈ ਸਾਰੀ ਗੱਲ ਤੇ ਆ ਕੇ। ਇਹ ਨਾ ਤਾਂ ਕਿਸੇ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ, ਨਾ ਕਿਸੇ ਨੂੰ ਕ੍ਰਿਟਿਸਾਈਜ਼ ਕੀਤਾ ਜਾ ਸਕਦਾ ਹੈ। ਇਹ ਫੈਸਲਾ ਇਤਿਹਾਸ ਕਈ ਵਾਰੀ ਆਪਣਾ ਵੀ ਕਰਦਾ ਹੁੰਦਾ ਹੈ, ਲੇਕਿਨ ਉਹ ਨੈਰੇਟਿਵ ਚੇਂਜ ਕੀਤਾ ਜਾ ਸਕਦਾ ਹੈ। ਮੈਂ ਜਦੋਂ ਪਹਿਲੀ ਵਾਰ ਲਾਹੌਰ ਗਿਆ, ਮੈਂ ਹੈਰਾਨ ਸੀ ਉੱਥੇ ਦਾ ਸੈਂਟੀਮੈਂਟ ਦੇਖ ਕੇ। ਲਾਹੌਰ ਦੇ ਵਿੱਚ ਖਾਸ ਕਰਕੇ ਸਿੱਖਾਂ ਬਾਰੇ ਉੱਥੇ ਇੱਕ ਫੀਲਿੰਗ ਸੀ, ਗਲਤੀ ਦਾ ਅਹਿਸਾਸ ਸੀ ਕਿ 47 ਦੇ ਵਿੱਚ ਜੋ ਕੁਝ ਹੋਇਆ ਹੈ ਉਹ ਗਲਤ ਹੋਇਆ। ਅਸੀਂ ਪੰਜਾਬੀ ਕਾਨਫਰੰਸ ਤੇ ਗਏ ਸੀਗੇ। ਉਸ ਕਾਨਫਰੰਸ ਤੇ ਸੈਂਟੀਮੈਂਟ ਇਹ ਸੀ ਵੀ ਚਲੋ ਇਕੱਠੇ ਹੋ ਕੇ ਆਪਾਂ ਇਹ ਤਾਰ ਪੱਟ ਦਈਏ, ਜਿਹੜੀ ਕੰਡਿਆਲੀ ਤਾਰ ਲਾਈ ਵੀ ਹੈ ਨਾ ਬਾਰਡਰ ਤੇ, ਇਹ ਪੱਟਦੀ ਹੈ ਦੋਵੇਂ ਪੰਜਾਬੀ ਦੋਵੇਂ ਪਾਸੇ ਇਕੱਠੇ ਹੋ ਕੇ। ਇੱਕ ਬਿਲਕੁਲ ਇਹ ਮੂਵਮੈਂਟ ਬਿਲਡ ਹੋ ਰਹੀ ਸੀਗੀ। ਔਰ ਜਦੋਂ ਪੀਕ ਤੇ ਜਾ ਰਹੀ ਸੀਗੀ, ਸਡਨਲੀ ਇੱਕ ਜਿਹਨੂੰ ਅਸੀਂ ਟੈਰਰਿਸਟ ਐਕਸ਼ਨ ਕਹਿੰਦੇ ਹਾਂ ਉਹ ਹੋ ਗਿਆ। ਉਹ ਮੂਵਮੈਂਟ ਸਾਰੀ ਦੀ ਸਾਰੀ ਡਿਫਲੇਟ ਹੋ ਗਈ। ਇਹ ਵਾਰ-ਵਾਰ ਹੋਇਆ। ਜਦੋਂ ਉਸ ਪੀਰੀਅਡ ਦੇ ਵਿੱਚ 6 ਮਹੀਨੇ ਰੁਕ ਕੇ ਫਿਰ ਮੂਵਮੈਂਟ ਬਿਲਡ ਹੋਈ, ਫਿਰ ਅਟੈਕ ਹੋ ਗਿਆ। ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਬਾਰਡਰ ਕਿਉਂ ਨਹੀਂ ਖੁੱਲ ਰਹੀ, ਵਪਾਰ ਕਿਉਂ ਨਹੀਂ ਖੁੱਲ ਰਿਹਾ, ਇਹ ਉਹਦੇ ਨਾਲ ਸੰਬੰਧਿਤ ਹੈ ਸਾਰਾ ਕੁਝ ਜੀ। ਜਦੋਂ ਇਹ ਮੂਵਮੈਂਟ ਸਿਰੇ ਲੱਗ ਗਈ ਕਿ ਹੁਣ ਬਾਰਡਰ ਖੁੱਲਣ ਲੱਗੀ ਹੈ, ਉਦੋਂ ਹੀ ਕੋਈ ਨਾ ਕੋਈ ਐਸਾ ਇੰਸੀਡੈਂਟ ਹੁੰਦਾ ਹੈ ਕਿ ਉਹਦੇ ਨਾਲ ਇਹ ਦੂਰ ਤੱਕ ਇਹ ਰੈਮੀਫਿਕੇਸ਼ਨ ਚਲੀ ਜਾਂਦੀ ਹੈ। ਇਹ ਪੰਜਾਬ ਤੇ ਪੰਜਾਬ ਦੇ ਸੰਬੰਧ ਟੈਂਸ ਹੋ ਜਾਂਦੇ ਹੈ ਤੇ ਨਾਲ ਹੀ ਬਾਰਡਰ ਖੋਲ੍ਹਣ ਤੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਵਪਾਰ ਤਾਂ ਸਾਰਾ ਬਾਂਬੇ ਨਾਲ ਚੱਲ ਰਿਹਾ, ਬਾਂਬੇ ਕਰਾਚੀ ਦੇ ਵਿੱਚ ਚੱਲ ਰਿਹਾ, ਜਾਂ ਤਾਂ ਵਪਾਰ ਇਫੈਕਟ ਹੁੰਦਾ ਹੋਵੇ। ਇਹ ਕਿਉਂ ਸਾਰਾ ਕੁਝ ਹੋ ਰਿਹਾ? ਬੜੀ ਡੀਪ ਸਟੱਡੀ ਦੀ ਗੱਲ ਹੈ। ਗੱਲ 47 ਦੀ ਕਰ ਰਹੇ ਸੀ, ਆਪਾਂ ਅੱਜ ਦੀ ਨਹੀਂ ਕਰ ਰਹੇ। ਇਹ ਸਾਰਾ ਜਿਹੜਾ ਨੈਰੇਟਿਵ ਹੈ ਇਹ ਰੀਥਿੰਕ ਕਰਨ ਵਾਲਾ ਹੈ। ਡਾਕੂਮੈਂਟਸ ਹੁਣ ਸਾਰੇ ਆਲਮੋਸਟ ਅਵੇਲੇਬਲ ਹੈਗੇ। ਸਾਡੀ ਸਮੱਸਿਆ ਪੰਜਾਬ ਵਾਲਿਆਂ ਦੀ, ਸਾਡੀਆਂ ਨਾ ਤਾਂ ਯੂਨੀਵਰਸਿਟੀਆਂ ਨੇ ਕੋਈ ਬਹੁਤੀ ਖੇਚਲ ਕੀਤੀ ਹੈ ਰਿਸਰਚ ਕਰਨ ਦੀ, ਤੇ ਨਾ ਸਰਕਾਰਾਂ ਦਾ ਇਹਦੇ ਪਾਸੇ ਕੋਈ ਬਹੁਤ ਧਿਆਨ ਹੈਗਾ। ਪ੍ਰੋਫੈਸਰ ਕਿਰਪਾਲ ਸਿੰਘ ਨੇ ਪੰਜਾਬ ਬਹੁਤ ਕੰਮ ਕੀਤਾ ਹੈ। ਉਹਨਾਂ ਨੇ ਲੰਡਨ ਜਾ ਕੇ ਸਟੱਡੀ ਕਰਕੇ ਡਾਕੂਮੈਂਟਸ ਕੇ ਸਿੱਖਾਂ ਨੂੰ ਕੀ ਆਫਰ ਸੀ, ਸਿੱਖਾਂ ਦੇ ਇਹ ਸਾਰਾ ਨੈਰੇਟਿਵ ਉਹਨਾਂ ਨੇ ਬਿਲਡ ਕੀਤਾ ਹੋਇਆ। ਜਿਹੜਾ ਇਹ ਸਿੱਖ ਇੱਕ ਸੈਕਸ਼ਨ ਕਹਿੰਦਾ ਵੀ 47 ਚ ਆਫਰ ਸੀਗੀ, ਉਹਨਾਂ ਦਾ ਡਾਕੂਮੈਂਟ ਸਾਰੇ ਕੋਟ ਕੀਤੇ ਹੋਏ ਆ ਵੀ ਤੁਹਾਨੂੰ ਤਾਂ ਆਫਰ ਹੀ ਕੋਈ ਨਹੀਂ ਸੀਗੀ। ਇੰਟਰਵਿਊ ਕੀਤੇ ਲੋਕਾਂ ਦੇ ਜਿਹੜੇ ਯੋਧੇ ਸੀ 47 ਦੇ ਉਸ ਵੇਲੇ ਲੰਡਨ ਦੇ ਵਿੱਚ ਅਫਸਰ, ਉਹਨਾਂ ਦੇ ਇੰਟਰਵਿਊਜ਼ ਵੀ ਕੀਤੇ, ਕਿਤਾਬ ਦੇ ਛਾਪੀਆਂ ਹੋਈਆਂ ਉਹਨਾਂ ਨੇ ਸਾਰਾ ਕੁਝ। ਸੋ ਇਹ ਕੰਮ
ਅੱਗੇ ਵਧਾਉਣ ਵਾਲਾ ਹੈ। ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਜਥੇਦਾਰ ਅਕਾਲ ਤਖਤ ਨੇ ਇਹ ਸ਼ੁਰੂ ਕੀਤਾ ਹੈ, ਇਹ ਅਰਦਾਸ ਕਰਨੀ ਇਹ ਸਾਰੇ ਮੁਲਕ ਨੂੰ ਕਰਨੀ ਚਾਹੀਦੀ ਹੈ। ਤੇ ਇਹ ਠੀਕ ਹੈ, ਆਜ਼ਾਦੀ ਮਨਾਉਣੀ ਚਾਹੀਦੀ, ਖੁਸ਼ੀ ਦੀ ਗੱਲ ਹੈਗੀ ਹੈ, ਲੇਕਿਨ ਜਿਨ੍ਹਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਨਾ ਉਹਨਾਂ ਨੂੰ ਇਸ ਦਿਨ ਯਾਦ ਵੀ ਕਰ ਲੈਣਾ ਚਾਹੀਦਾ। ਬਿਲਕੁਲ ਯਾਦ ਕਰ ਲੈਣਾ ਚਾਹੀਦਾ। ਤੁਸੀਂ ਵੈਸੇ ਗੱਲ ਇੱਕੋ ਹੀ ਕੀਤੀ ਆ ਇਹਦੇ ਚ ਇੱਕੋ ਹੀ ਸੈਂਟੈਂਸ ਮੈਂ ਕਹਿਣਾ, ਇੱਕ ਅਪਵਾਦ ਉਦੋਂ ਰਿਹਾ, ਇਹ ਲੋਕ ਕਹਿੰਦੇ ਸੀ ਜੀ ਕਿ ਮਲੇਰਕੋਟਲਾ ਅਪਵਾਦ ਰਿਹਾ ਵੀ ਜਿਹੜਾ ਬੰਦਾ ਮਲੇਰਕੋਟਲੇ ਦੀ ਜੂਝ ਚਲਾ ਗਿਆ, ਕਿਉਂਕਿ ਹਾਂ ਦਾ ਨਾਰਾ ਮਾਰਿਆ ਸੀ ਉਦੋਂ ਨਵਾਬ ਨੇ, ਇਸ ਕਰਕੇ ਉੱਥੇ ਬੰਦ ਕਰ ਦਿਓ, ਤੋਂ ਪਿੱਛੇ ਮੁੜੇ ਆਉਂਦੇ ਸੀ ਲੋਕ, ਉਦੋਂ ਅੱਗੇ ਕਤਲ ਕਰ ਨਹੀਂ ਗਏ। ਨੂਹ ਦੇ ਵਿੱਚ ਵੀ ਨਹੀਂ ਹੋਇਆ ਸੀਗਾ, ਨੂਹ ਵੀ ਸੇਫ ਰਿਹਾ ਔਰ ਮਲੇਰਕੋਟਲਾ ਵੀ ਸੇਫ ਰਿਹਾ, ਡਿਫਰੈਂਟ ਰੀਜ਼ਨਸ ਕਰਕੇ। ਜੀ ਮੈਂ ਸਰਦਾਰ ਹਰਮੀਤ ਸਿੰਘ ਜੀ ਆਖਰੀ ਸ਼ਬਦ ਤੁਹਾਡੇ ਤੋਂ ਲੈਣੇ ਨੇ। ਗੱਲ ਸੰਖੇਪ ਚ ਹੀ ਆਪਾਂ ਰੱਖਾਂਗੇ ਕਿਉਂਕਿ ਤੁਹਾਡੀ ਟਿੱਪਣੀ ਬਿਨਾਂ ਇਹ ਗੱਲ ਖਤਮ ਹੋਣੀ ਨਹੀਂ। ਮੈਂ ਉਦੋਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜੇ ਮੈਂ ਗਲਤ ਨਹੀਂ ਕਿਉਂਕਿ ਮੈਂ ਗੂਗਲ ਕੀਤਾ, ਪ੍ਰਤਾਪ ਸਿੰਘ ਉਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੀਗੇ। ਲਗਭਗ ਉਹ 10 ਤੋਂ 12 ਸਾਲ ਦਾ ਉਹ ਪੀਰੀਅਡ ਹੈ, 38 ਤੋਂ 48 ਤੱਕ, ਤੇ ਫਿਰ 2 ਸਾਲ ਲਈ ਜੋ ਮੈਂ ਦੇਖ ਰਿਹਾ ਸੀਗਾ ਉਹ ਖਾਮੋਸ਼ ਨਜ਼ਰ ਆਉਂਦਾ ਉਹ ਦੌਰ। ਹਾਲਾਂਕਿ ਅਜੇ ਮੈਂ ਕੋਈ ਬਹੁਤਾ ਇੱਥੇ ਪੜ੍ਹਿਆ ਨਹੀਂ। ਵੈਸੇ ਤਾਂ ਜਿਵੇਂ ਸਰਦਾਰ ਜਗਤਾਰ ਸਿੰਘ ਹੋਣਾ ਗੱਲ ਕੀਤੀ ਆ, ਪ੍ਰੋਫੈਸਰ ਕਿਰਪਾਲ ਸਿੰਘ ਹੋਰਾਂ ਦੀ, ਮੇਰੇ ਸਮੇਤ ਪੰਜਾਬੀ ਪੜ੍ਹਨਾ ਭੁੱਲ ਚੁੱਕੇ ਨੇ ਤੇ ਅਸੀਂ ਪੜ੍ਹਦੇ ਹਿਸਟਰੀ ਤਾਂ ਬਿਲਕੁਲ ਹੀ ਨਹੀਂ ਪੜ੍ਹਦੇ, ਥੋੜਾ ਰੁੱਖਾਪਣ ਹੁੰਦਾ ਹੈ। ਇੱਕ ਵਾਰੀ ਫਿਰ ਝਾਤ ਮਾਰਨ ਦੀ ਲੋੜ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਵੈਸੇ ਸਰਦਾਰ ਜਗਤਾਰ ਸਿੰਘ ਜੀ, ਸਰਦਾਰ ਹਰਮੀਤ ਸਿੰਘ ਹੋਰਾਂ ਦੀ ਪ੍ਰਵਾਨਗੀ ਦੇ ਨਾਲ, ਕਿ ਇੱਕ ਵਾਰੀ ਹਿਸਟਰੀ ਨੂੰ ਫਿਰ ਰਿਪੀਟ ਕਰੀਏ, ਬੋਲ ਕੇ ਕਰੀਏ, ਵੱਖ-ਵੱਖ ਮੌਕਿਆਂ ਦੇ ਇਨਸੀਡੈਂਟ ਅਸੀਂ ਰਿਕਾਰਡ ਕਰਾਂਗੇ, ਯਤਨ ਕਰਾਂਗੇ ਕਿ ਉਹ ਤੱਥ ਕੋਟ ਕਰਕੇ। ਸੋ ਸਰਦਾਰ ਹਰਮੀਤ ਸਿੰਘ ਜੀ ਆਖਰੀ ਲਫ਼ਜ਼ਾਂ ਨਾਲ ਗੱਲ ਖਤਮ ਕਰ ਦਿਓ ਜੀ। ਇਹਦੇ ਚ ਉਦੋਂ ਤਾਂ ਹੁੰਦਾ ਹੀ ਹੈ, ਮੇਰੇ ਖਿਆਲ ਜਦੋਂ ਦੀ ਆਪਾਂ ਗੱਲ ਕਰ ਰਹੇ ਹਾਂ ਉਦੋਂ ਤੱਕ ਐਸਜੀਪੀਸੀ ਪ੍ਰਧਾਨ, ਜਥੇਦਾਰ, ਅਕਾਲੀ ਦਲ ਲਗਭਗ ਇੱਕੋ ਤਾਲਮੇਲ ਜਾ ਸੀ। ਕਈ ਵਾਰ ਇੱਕੋ ਬੰਦਾ 3-3 ਪੋਸਟਾਂ ਤੇ ਰਿਹਾ, ਮਤਲਬ ਉਹਦੇ ਚ ਕੋਈ ਬਹੁਤ ਡਿਫਰੈਂਸ ਮੇਰੇ ਨਹੀਂ ਸੀਗਾ। ਜੋ ਓਵਰਆਲ ਸਿੱਖ ਲੀਡਰ ਦੇ ਤੌਰ ਦੇ ਉੱਤੇ ਮਾਸਟਰ ਤਾਰਾ ਸਿੰਘ ਬਹੁਤ ਬੜੇ ਲੀਡਰ ਸੀਗੇ, ਉਸ ਸਮੇਂ ਮੰਨੇ ਹੋਏ ਲੀਡਰ ਸੀਗੇ, ਨਾਗੋ ਕੇ ਵੀ ਲੀਡਰ ਸੀਗੇ, ਸਾਰੇ ਲੀਡਰ ਸੀਗੇ, ਮੇਨ ਲੀਡਰ ਹੀ ਸੀ ਉਹ। ਇਸ ਲਈ ਜਥੇਦਾਰ ਸਾਹਿਬ ਵੀ ਜਿਹੜੇ ਉਦੋਂ ਹੋਣਗੇ ਸ਼ਾਇਦ ਇਸ ਲੀਡਰਸ਼ਿਪ ਤੋਂ ਦੂਰ ਨਹੀਂ ਹੋਣਗੇ ਜਾਂ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਜਾਂ ਉਸ ਲੈਵਲ ਦੀ ਗੱਲ ਨਹੀਂ ਹੋਏਗੀ ਮੇਰੇ ਜਿੰਨਾ ਚਿਰ। ਬਾਕੀ ਤਾਂ ਇਹ ਅਜੇ ਰਿਸਰਚ ਦਾ ਸਵਾਲ ਹੁੰਦਾ, ਖਬਰ ਹੈ ਉਦੋਂ ਕੁਝ ਕਿਹਾ ਸਾਡੇ ਇਤਿਹਾਸ 'ਚ ਕਿਤੇ ਪਿਆ, ਕਿਤੇ ਕੋਈ ਨੋਟ ਕਰਨ ਵਾਲਾ ਬਿਆਨ ਪਿਆ, ਕਦੇ ਨਹੀਂ ਪਿਆ, ਕਿਤੇ ਗੱਲ ਕੀ ਹੋਈ ਹੈ ਉਹ ਤਾਂ ਉਦੋਂ ਬਾਅਦ ਦੀ ਗੱਲ ਹੈ। ਮੇਰੇ ਇਹ ਗੱਲਾਂ ਤਾਂ ਸਾਹਮਣੇ ਆਉਂਦੀਆਂ ਜੇ ਇਹ ਡਿਸਕੋਰਸ ਅੱਗੇ ਚੱਲਦਾ, ਇਹਦੇ ਤੇ ਡਿਬੇਟਾਂ ਡਿਸਕਸ਼ਨਾਂ ਚੱਲਦੀਆਂ, ਥੋੜੀ ਦੇਰ ਬਾਅਦ ਹੀ ਚੱਲਦੀਆਂ, ਫਿਰ ਸ਼ਾਇਦ ਉਦੋਂ ਯਾਦਾਂ ਵੀ ਹੁੰਦੀਆਂ ਨੇ, ਬੰਦੇ ਵੀ ਉਸ ਟਾਈਮ ਦੇ ਬਹੁਤ ਹੁੰਦੇ ਨੇ ਅਵੇਲੇਬਲ, ਬਾਕੀ ਦੀਆਂ ਚੀਜ਼ਾਂ ਵੀ ਜਿਹੜੀਆਂ ਲੋਕਾਂ ਨੂੰ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ, ਜਿਵੇਂ ਆਪਾਂ ਕਹਿੰਦੇ ਜਨਰੇਸ਼ਨ ਟੂ ਜਨਰੇਸ਼ਨ, ਕਈ ਵਾਰ ਮੌਖਿਕ ਰੂਪ ਚ ਵੀ ਜਾਂਦੀਆਂ ਨੇ ਨਾ ਚੀਜ਼ਾਂ। ਜਿਹੜੀ ਚੀਜ਼ ਦਬ ਗਈ, ਰਹਿ ਗਈ, ਪਿੱਛੇ ਰਹਿ ਗਈ, ਫਿਰ ਉਹ ਰਹਿ ਹੀ ਜਾਂਦੀ ਹੈ, ਉਹਨੂੰ ਦੁਬਾਰਾ ਕੁਰੇਦਣ ਦੀ ਜਿਹੜੀ ਲੋੜ ਹੈ। ਇਹਦਾ ਮਤਲਬ ਇੱਕ ਫਿਲਾਸਫੀ ਕੰਮ ਕਰਦੀ ਸੀ। ਜਦੋਂ ਆਪਾਂ ਮਲੇਰਕੋਟਲੇ ਦਾ ਜ਼ਿਕਰ ਕਰਦੇ ਆ ਤਾਂ ਉਹ ਤਾਂ ਜਿਹਨ ਚ ਸੀਗਾ ਕਿ ਕਿਸੇ ਨੇ ਤਾਂ ਘੱਟੋ ਘੱਟ ਇਹ ਹਾਦਾ ਨਾਰਾ ਮਾਰਿਆ। ਜਦ ਤੁਰੰਤ ਬਦਲੇ ਦੀ ਭਾਵਨਾ ਆਉਂਦੀ ਹੈ, ਇੱਕ ਦੂਜੇ ਦੀ ਕਟਾਬੱਡੀ ਹੁੰਦੀ ਹੈ, ਤਾਂ ਉਦੋਂ ਸੰਜਮ ਰੱਖਣਾ ਜਾਂ ਕਿਹੋ ਜਿਹਾ ਰੱਖਣਾ, ਕੀ ਰੱਖਣਾ, ਇਹ ਬੜਾ ਹੀ ਮੁਸ਼ਕਲ ਕੰਮ ਹੈ। ਕਾਫੀ ਲੋਕ ਇਹੋ ਜਿਹੇ ਵੀ ਮਰੇ ਨੇ ਜਿਹੜੇ ਬਚਾਉਂਦੇ ਮਰ ਗਏ ਵਿੱਚ। ਉਹ ਕਹਿੰਦੇ ਜੀ ਤੂੰ ਕਿੱਧਰ ਆਇਆ ਵੱਡਾ ਆਦਮੀ, ਤੇ ਇਹਨੂੰ ਤਾਂ ਆਪਾਂ ਇਸੇ ਢੰਗ ਨਾਲ ਕਰਾਂਗੇ। ਔਰ ਇਹ ਜਿਹੜਾ ਮਾਹੌਲ ਜਦੋਂ ਹੁੰਦਾ ਹਜੂਮ ਦਾ, ਜਦੋਂ ਹਜੂਮ ਦਾ ਮਾਈਂਡਸੈਟ ਬਣ ਜਾਂਦਾ ਤਾਂ ਉਦੋਂ ਜਿਹੜੀ ਵਿਚਾਰਧਾਰਾ, ਆਈਡੀਓਲੋਜੀ ਜਾਂ ਬਾਕੀ ਦੀਆਂ ਚੀਜ਼ਾਂ ਸ਼ਾਇਦ ਉਨੇ ਰੂਪ ਚ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ ਮਾਈਂਡ ਦੇ ਸਾਹਮਣੇ। ਫਿਰ ਉਹੀ ਗੱਲ ਹੁੰਦੀ ਹੈ, ਇਸ ਕਰਕੇ ਉਹ ਚੀਜ਼ਾਂ ਚੱਲੀਆਂ। ਪਰ ਜੇ ਹੁਣ ਵੀ ਇਹ ਸ਼ੁਰੂਆਤ ਹੁੰਦੀ ਹੈ ਇਤਿਹਾਸ ਚ, ਮੇਰੇ ਖਿਆਲ ਹੈ 70-75 ਸਾਲ ਜੇਕਰ ਓਵਰਆਲ ਕਿਹਾ ਜਾਂਦਾ ਕਿ ਅੰਮ੍ਰਿਤ ਕਾਲ ਸ਼ੁਰੂ ਹੋ ਗਿਆ, ਨੈਸ਼ਨਲ ਲੈਵਲ ਤੇ ਇੱਕ ਸ਼ਬਦ ਆ ਗਿਆ ਅੰਮ੍ਰਿਤ ਕਾਲ, 47 ਤੱਕ ਦੇਖਾਂਗੇ, ਤਾਂ ਮੈਨੂੰ ਲੱਗਦਾ ਕਿ ਬੈਕਗਰਾਉਂਡ ਦੇ ਵਿੱਚ ਪੰਜਾਬੀਆਂ ਨੂੰ ਵੀ, ਸਿੱਖਾਂ ਨੂੰ ਵੀ, ਓਵਰਆਲ ਵੀ ਆਪਣੇ ਪਿਛੋਕੜ ਦੇ ਤੌਰ ਤੇ ਡਾਇਵਰਸਿਟੀ ਹੁੰਦੀ ਹੈ। ਇੱਕ ਕੰਟਰੀ ਦਾ ਆਪਣਾ ਹੋ ਸਕਦੀ ਹੈ ਗੱਲ, ਪਰ ਇੱਕ ਭਾਈਚਾਰੇ ਦੀ, ਕਮਿਊਨਿਟੀ ਦੀ, ਇਹ ਤਾਂ ਭਾਰਤ ਦਾ ਕੁਐਸਚਨ ਤਾਂ ਹੁਣ ਇਸ ਤੋਂ ਬਾਅਦ ਆਇਆ ਨਾ। ਮਹਾਰਾਜਾ ਰਣਜੀਤ ਸਿੰਘ ਤੱਕ ਪੰਜਾਬ ਦੇਸ਼ ਆਪਣਾ ਸੀਗਾ, ਆਪਣੇ ਤਰੀਕੇ ਦਾ ਸੀ, ਉਸ ਤਰੀਕੇ ਨਾਲ ਉਹ ਚੱਲ ਰਿਹਾ ਸੀ। ਉਦੋਂ ਬਾਅਦ ਦੇ ਮਾਹੌਲ ਦੇ ਵਿੱਚ ਕਿਹੜੀਆਂ ਤਬਦੀਲੀਆਂ ਆਈਆਂ, ਕੰਟੀਨਿਊਟੀ ਦੇ ਵਿੱਚ ਦੁਬਾਰਾ ਮਤਲਬ ਰੀਓਪਨ ਹੋ ਸਕਦੀਆਂ ਨੇ ਇਹ ਚੀਜ਼ਾਂ। ਇਹਦੇ ਤੇ ਯਤਨ ਕਰਾਂਗੇ ਕਿ ਅਸੀਂ ਕੋਈ ਚੈਪਟਰ ਜ਼ਰੂਰ ਬੁਣੀਏ, ਕਿਉਂਕਿ ਅੱਜ ਕੱਲ੍ਹ ਲੋਕ ਬੋਲਣਾ, ਸੁਣਨਾ ਜ਼ਿਆਦਾ ਪਸੰਦ ਕਰਦੇ ਆ, ਤੇ ਯਤਨ ਕਰਾਂਗੇ ਇਸ ਪਲੇਟਫਾਰਮ ਤੋਂ ਅਸੀਂ ਤੁਹਾਡੇ ਰੂਬਰੂ ਹੋ ਸਕੀਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ।